ਵੀ ਗੁਰਬਿਲਾਸ ਪਾਤਸ਼ਾਹ 6ਵੀਂ ਤੋਂ ਸੀ। So ਗੁਰਬਿਲਾਸ ਪਾਤਸ਼ਾਹ 6 that which is an important source ਉਸ ਵੇਲੇ ਦੀਆਂ contemporary ਤੇ ਨਹੀਂ ਹਨ but within 50 years written of that is pretty contemporary, you know, ਉਸ time ਦੇ ਹਿਸਾਬ ਦੇ ਨਾਲ। ਤੇ ਬਾਬਾ ਬੁੱਢਾ ਜੀ ਦੀ ਜਿਹੜੀ ਜੀਵਨੀ ਦੇ ਵਿੱਚ ਇੱਕ ਦੋ ਪ੍ਰਸੰਗ ਹੋਰ ਇੰਪੋਰਟੈਂਟ ਹਨ। ਇੱਕ ਪ੍ਰਸੰਗ ਮੈਂ ਸ਼ੇਅਰ ਕਰਾਂਗਾ and then we'll continue our discussion further though। ਕਹਿੰਦੇ ਹਨ ਇੱਕ ਵਾਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਵਿੱਚ ਇੱਕ ਦਿਨ ਕੋਈ ਇੱਕ ਵਾਰੀ ਉਹਨਾਂ ਦੇ ਮਨ ਚ ਪ੍ਰਸ਼ਨ ਆਇਆ, ਗੁਰੂ ਸਾਹਿਬ ਦੇ ਮਨ ਵਿੱਚ, ਤੇ ਉਹਨਾਂ ਨੇ ਅੱਗੇ ਕੁਐਸਚਨ ਕੀਤਾ ਅੱਗੇ ਬਾਬਾ ਬੁੱਢਾ ਜੀ ਨੂੰ ਕਿ ਤੁਸੀਂ ਇੱਕੋ ਹੀ ਹੋ ਹੁਣ ਇਸ ਵੇਲੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹਨ, ਖਾਲੀ ਬਾਣੀ ਦੇ ਥਰੂ ਨਹੀਂ ਕੀਤੇ, ਤੁਸੀਂ ਉਹਨਾਂ ਦੇ ਦਰਸ਼ਨ ਸਰੀਰ ਰੂਪ ਵਿੱਚ ਕੀਤੇ ਹਨ, ਉਹਨਾਂ ਦੇ ਸਰੀਰ ਨੂੰ ਛੋਇਆ ਹੈ, ਤੁਸੀਂ ਉਹਨਾਂ ਦੇ ਆਪ ਸੇਵਾ ਕੀਤੀ ਹੈ ਹੱਥੀਂ ਕਰਤਾਰਪੁਰ ਸਾਹਿਬ ਬੜੇ ਸਾਲ, ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਹਨ, ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ, ਤੇ ਤੁਸੀਂ ਉਹਨਾਂ ਦੀ ਲਾਈਫ ਬਾਰੇ ਉਹਨਾਂ ਤੋਂ ਜੋ ਸਿੱਖਿਆ ਹੈ, ਉਹਨਾਂ ਦੀ ਗੁਰੂ ਨਾਨਕ ਮਹਾਰਾਜ ਦੀ ਆਦਿ ਗੁਰੂ ਦੀ ਉਸਤਤੀ ਵਿੱਚ ਦੋ ਸ਼ਬਦ ਕਹੋ ਉਹਨਾਂ ਦੇ, ਉਹਨਾਂ ਦਾ ਸਰੀਰ ਕਿਹੋ ਜਿਹਾ ਸੀ, ਉਹ ਆਪ ਕਿਹੋ ਜਿਹੇ ਸਨ, ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀ, ਉਹਨਾਂ ਨੂੰ ਜਦੋਂ ਮਿਲਦੇ ਸੀ ਤੁਹਾਨੂੰ ਕਿਸ ਤਰ੍ਹਾਂ ਖੁਸ਼ੀ ਪ੍ਰਤੀਤ ਹੁੰਦੀ ਸੀ। ਇਹ ਕੁਐਸਚਨ ਬੜੀ ਲੰਬੀ ਸਾਖੀ ਹੈ ਸੂਰਜ ਪ੍ਰਕਾਸ਼ ਦੇ ਉੱਤੇ ਆਈ ਹੈ, ਜਿਹੜੀ ਮੈਂ ਤੁਹਾਡੇ ਨਾਲ ਥੋੜੇ ਪੇਜ ਸ਼ੇਅਰ ਕਰਨੇ ਹਨ, ਸਾਰੀ ਸਾਖੀ ਸ਼ੇਅਰ ਨਹੀਂ ਕਰ ਸਕਦਾ, ਬਹੁਤ ਲੰਬੀ ਸਾਖੀ ਹੈ। ਤੇ ਇਹ ਰਾਸ ਅਗਰ if somebody wants to read it themselves, I'm just saying the 6ਵੀਂ ਰਾਸ ਸੂਰਜ ਪ੍ਰਕਾਸ਼ ਦੀ 6ਵੀਂ ਰਾਸ ਦੇ ਵਿੱਚ 49th ਜਿਹੜਾ ਅਧਿਆਇ ਹੈ, 49th ਜਿਹੜਾ ਚੈਪਟਰ ਹੈ, ਉਹਦੇ ਵਿੱਚ ਇਹ ਸਾਖੀ ਦਰਜ ਹੈ ਇਹ ਵਾਲੀ। ਤੇ ਇੱਥੇ ਮੈਂ ਉੱਤੋਂ ਸ਼ੁਰੂ ਕਰਦਾ ਹਾਂ ਦੋਹਰਾ। ਸ੍ਰੀ ਗੁਰੂ ਹਰਗੋਬਿੰਦ ਜੀ ਕਰਤ ਦਾਸ ਕਲਿਆਣ, ਇੱਕ ਦਿਨ ਬੈਠੇ ਸਭਾ ਮੇਂ ਉਡਗਨ ਚੰਦ ਸਮਾਨ। ਇੱਕ ਦਿਨ ਗੁਰੂ ਹਰਗੋਬਿੰਦ ਮਹਾਰਾਜ ਦਰਬਾਰ ਚ ਬੈਠੇ ਜਿਨ੍ਹਾਂ ਦਾ ਚਿਹਰਾ ਚੰਦ ਸਮਾਨ ਸੀ, ਤੇ ਕਹਿਣ ਲੱਗੇ ਦਰਸ਼ਨ ਕਰੇ ਸਿੱਖ ਸੁਖ ਪਾਵੇਂ, ਮਹਾ ਪ੍ਰੇਮ ਤੇ ਬਲ ਬਲ ਜਾਵੇਂ, ਸ੍ਰੀ ਹਰਗੋਬਿੰਦ ਆਨੰਦ ਧਾਰਾ, ਸਾਹਿਬ ਬੁੱਢੇ ਸਮੁਖ ਨਿਹਾਰਾ। ਜਿਨ੍ਹਾਂ ਦਾ ਦਰਸ਼ਨ ਕਰਕੇ ਸੰਗਤਾਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਸਨ, ਸੰਗਤਾਂ ਕਰਕੇ ਧੰਨ ਧੰਨ ਕਰਦੀਆਂ ਸਨ, ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਮੂੰਹ ਬਾਬਾ ਬੁੱਢਾ ਜੀ ਤਰਫ ਹੋ ਕੇ ਨਿਹਾਰ ਕੇ ਇਹ ਬਚਨ ਕਹੇ, ਸੁੰਦਰ ਬਾਖ ਬਿਲਾਸ ਬਖਾਨਾ, हे ਭਾਈ ਤੁਮ ਬੈਸ ਮਹਾਨਾ, श्री नानक की कीनी सेवा, सेवे श्री अंगद गुरुदेवा। हे बाबा बुड्ढा जी तुसी बड़े महान सिख हो, सुंदर बाग बिलास बखाना, हे भाई तुम बैस महाना। बाबा बुड्ढा जी तुहाडे वर्गा कोई होर सिख नहीं है, महान सिखी दी प्राप्ति कीती है तुसी। श्री नानक की कीनी सेवा, तुसी गुरु नानक महाराज दी सेवा कीती है हथी, तुहाडे हत्थां ने उन्होंने चरनां नूं छुया है, ਕਰਤਾਰਪੁਰ ਸਾਹਿਬ ਉਹਨਾਂ ਨਾਲ ਰਹੇ ਹੋ ਤੁਸੀਂ ਬੜੀ ਦੇਰ। ਸੇਵੇ ਸ਼੍ਰੀ ਅੰਗਦ ਗੁਰਦੇਵਾ, ਸਿਰਫ ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ ਹੈ। ਤਿਨਕੀ ਜੁਗਤ ਅਪਰ ਸ਼ੁਭ ਕਰਨੀ, ਕਰੀ ਨਿਹਾਰਨ ਦੁਰਮਤ ਦਰਨੀ, ਜਥਾ ਚਰਿਤਰ ਕੀਏ ਸ਼੍ਰੀ ਨਾਨਕ, ਬਾਕ ਅਮੋਲ ਮਨੋ ਮਨ ਮਾਨਕ। ਇਹ ਜਿਹੜੇ ਮਾਣਕ, ਜਿਹੜੇ ਮਾਣਕ ਮੋਤੀ ਵਾਲੇ ਬਚਨ ਜਿਹੜੇ ਹਨ, ਜਿਹੜੇ ਤਿਨਕੀ ਜੁਗਤ ਅਪਰ ਸ਼ੁਭ ਕਰਨੀ, ਕਰੀ ਨਿਹਾਰਨ ਦੁਰਮਤ ਦਰਨੀ, ਜਿਨ੍ਹਾਂ ਦੀ ਇੱਕ ਦਰਸ ਨਾਲ ਗੁਰੂ ਨਾਨਕ ਮਹਾਰਾਜ ਦੀ ਉਸਤਤੀ ਕਰਦੇ ਹਨ। ਇੱਥੇ ਇੱਕ ਦਰਸ ਨਾਲ ਜੇ ਸਾਰੀ ਦੁਰਮਤ ਚਲੀ ਜਾਂਦੀ ਸੀ, ਉਸ ਮਹਾਨ ਗੁਰੂ ਦੇ ਦਰਸ਼ਨ ਤੁਸੀਂ ਇਹਨਾਂ ਅੱਖਾਂ ਨਾਲ ਕੀਤੇ ਹਨ, ਤੁਹਾਡੇ ਹੱਥਾਂ ਨੇ ਉਹਨਾਂ ਦੇ ਚਰਨਾਂ ਨੂੰ ਛੂਹਿਆ ਹੈ। ਭੁਗਤ ਮੁਕਤ ਸਭ ਹਾਜ਼ਰ ਜਿਨਕੇ, ਕਰੇ ਕਰਮ ਹਰੇ ਤੁਮ ਤਿਨਕੇ, ਸ੍ਰੀ ਅੰਗਦ ਗੁਰ ਅਮਰ ਗੋਸਾਈ, ਸਭ ਲੀਲਾ ਜਿਮ ਕਿਨੀ ਸੁਹਾਈ। ਇੱਥੇ ਹੀ ਨਹੀਂ ਬਾਬਾ ਬੁੱਢਾ ਜੀ, ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ, ਉਹਨਾਂ ਦੇ ਚਰਨਾਂ ਨੂੰ ਛੋਇਆ ਹੈ, ਉਹਨਾਂ ਤੋਂ ਅਸੀਸਾਂ ਲਿੱਤੀਆਂ ਹਨ। ਹੇ ਗੁਰੂ ਬਾਬਾ ਬੁੱਢਾ ਜੀ ਤੁਸੀਂ ਬਹੁਤ ਮਹਾਨ ਵੱਡੇ ਸਿੱਖ ਹੋ। ਤੁਸੀਂ ਸੁਖ ਦੀ ਕਰਤ ਜਸ ਤਿਨ ਕਰਨੀ, ਹਮੇ ਸੁਨਾਵੋ ਤਿਨ ਦੁਖ ਹਰਨੀ। ਇਹ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਹਨ, ਹਮੇ ਸੁਨਾਵੋ ਤਿਮ ਦੁਖ ਹਰਨੀ, ਇਹ ਗੱਲਾਂ ਦੁੱਖ ਹਰਨ ਦੀਆਂ ਗੱਲਾਂ ਸਾਰੀ ਸਿੱਖ ਸੰਗਤ ਨਾਲ ਸ਼ੇਅਰ ਕਰੋ। ਤੁਸੀਂ ਉਹਨਾਂ ਮਹਾਨ ਗੁਰੂਆਂ ਦੇ ਦਰਸ਼ਨ ਜਿਹੜੇ ਤੁਸੀਂ ਕੀਤੇ ਹਨ,
सारी सिख संगत नाल शेयर करो। सुन अपर के तिसके कान, तुम बिदमन बिलोकन नान। होर तां किसी ने कंठ खुणे होवेगी, पर तुसी तां प्रतख वेखी है। सुनी अपर के किसके कान, कईयां ने ते दूसरियां दे कन्नां दे थ्रू गल्लां सुनियां हैं ना, हीयर से है। पर तुम बिदामन बिलोकन नान, तुसी ते इन्हां अखां नाल देखिया है, इन्हां हत्थां नाल छुया है तुसी। सो तुहानू अंदाजा होएगा कि कितनी महान और वड्डी हस्ती दे मालक होने आप, और किस ब्रह्म ज्ञानी दा रूप होने आप। अहो पुरातन परम प्रबीना, गुरसिख शरदा मन पीना। श्री गुरु हर गोबिंद के बच सुने, मुस्कावन बुढ़ बच बने। ये गल्लां सुन के उस पुरातन गुरसिख श्री हरगोबिंद के बच सुने, एक गल्लां जदों गुरु हरगोबिंद महाराज तो सुनिया, मुस्कावत बुढ़ा बच बने। बुढ़ा जी मुस्कुरा के एक गल कही, अंतरजानी सुभ तुम सब जानो। हे गुरु हरगोबिंद महाराज, तुसी अंतरजामी हो, तुसी सब सारियां जिणां दे जानदे हो। भूत भविख नाही को छानो, तुसी नाल भूत ते भविख, पास्ट ते प्रेजेंट, पास्ट ते फ्यूचर, सारियां गल्लां दे जाणू हो। तुसी आप परमेश्वर रूप हो। तुम सूरज में दीप समानो, तुसी सूरज हो ते मैं ते छोटा जिहा दीवा हां, मैं की कर सकदा तुहाडे सामने गल। ਇਹ ਇੱਕ ਗੁਰਸਿੱਖ ਦੀ ਨਿਮਰਤਾ, ਇੱਕ ਗੁਰਸਿੱਖ ਦੀ ਨਿਮਰਤਾ ਦਾ ਪ੍ਰਤੀਕ ਹੈ। ਇੱਕ ਇਹੋ ਜਿਹੀ ਨਿਮਰਤਾ ਨਹੀਂ ਜਿਹੜੀ ਝੂਠੀ ਨਿਮਰਤਾ ਮੇਰੀ ਵਰਗਿਆਂ ਚ ਹੋਵੇ ਤੇ ਦੋ ਕਿਤਾਬਾਂ ਪੜ੍ਹ ਕੇ ਆਪਣੇ ਆਪ ਨੂੰ ਗਿਆਨੀ ਸਮਝ ਲੈਣਾ ਹੋਵੇ, ਮੇਰੇ ਵਰਗਾ ਨਹੀਂ। ਹਾਂਜੀ, ਜਿਹੜਾ ਅਸਲੀ ਬ੍ਰਹਮ ਗਿਆਨੀ ਹੋਵੇ, ਜਿਹਨੇ ਸੱਚੀ ਹੀ ਬ੍ਰਹਮ ਦਾ ਪ੍ਰਾਪਤੀ ਹੋਵੇ ਜਿਸਨੂੰ, ਤੇ ਉਹ ਇਤਨੀ ਮਹਾਨ ਗੱਲ ਕਵੇ। ਇਹ ਉਹਨਾਂ ਵਰਗਿਆਂ ਦੀ ਸ਼ੋਭਾ ਦਿੰਦੀ ਹੈ ਗੱਲ, ਮੇਰੇ ਤੁਹਾਡੇ ਵਰਗਿਆਂ ਤੇ ਸ਼ੋਭਾ ਨਹੀਂ ਦਿੰਦੀ ਗੱਲ। ਇਹ ਦੇਖੋ ਕਿਤਨੀ ਵੱਡੀ ਗੱਲ ਕੀਤੀ ਨੇ ਇੱਥੇ। ਸਤਗੁਰ ਕੇ ਅੰਤਰ ਜਾਏ, ਤੁਮ ਸੂਰਜ ਮੈਂ ਦੀਪ ਸਮਾਨੋ, ਤੁਸੀਂ ਸੂਰਜ ਹੋ, ਮੈਂ ਤੇ ਛੋਟਾ ਜਿਹਾ ਦੀਵਾ ਹਾਂ। ਕਹਿਆ ਮੈਂ ਕਰੋ ਪ੍ਰਕਾਸ਼ ਵਿਖਾਨੋ, ਮੈਂ ਕੀ ਤੁਹਾਡੇ ਸਾਹਮਣੇ ਕਿਹੜੀਆਂ ਗੱਲਾਂ, ਉਸ ਕਿਹੜੇ ਪ੍ਰਕਾਸ਼ ਦੀ ਗੱਲ ਕਰ ਸਕਦਾ ਹਾਂ। ਸਤਗੁਰ ਗੇ ਗੁਣ महत महानो, मम्मत लघु कैसे तिस जानो। किम मुक्ता जे सिंध उलीचे, किम कर छांदो पान मरीचे। मैं उस महान गुण दे मम्मत लघु कैसे तिस जानो, उस मैं इन्ना छोटा हाँ, मैं उस वड्डे गुरु दी प्रशंसा किवें कर सकदा हाँ, उस महान गुरु दे बारे की समझा सकदा हूं तुहानू। सतगुर के गुण महद महानो, बड़े महान सतगुर दे ओ गुण बड़े वड्डे महान गुण हैं, मैं की बयान कर सकदा हां। सच सुन सतगुर बोले हम जाने, गुरु हरगोबिंद महाराज ने अगो बचन कीते, सुन सतगुर बोले हम जाने। ਅਸੀਂ ਜਾਣਦੇ ਹਾਂ ਬਾਬਾ ਬੁੱਢਾ ਜੀ, ਤੁਸੀਂ ਜੋ ਕਹਿ ਰਹੇ ਹੋ, ਜਿਮ ਤੁਨ ਪਾਖੋ ਤਹਾਂ ਪਛਾਨੇ। ਪਰ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ, ਜਿਸ ਤਰ੍ਹਾਂ ਤੁਸੀਂ ਪਾਖਿਆ ਹੈ, ਉਸਾਂ ਹੀ ਪਛਾਣਿਆ ਹੈ ਤੁਸੀਂ। ਸਭ ਕਿਛ ਹਮਰੇ ਗਿਆਤ ਜਪਾਈ, ਸੁਨੋ ਕਹੇ ਤੁਮ ਬਦਨ ਤਪਤਾਹੀ। ਉਸੀ ਤਰ੍ਹਾਂ ਅਸੀਂ ਪਛਾਣਦੇ ਹਾਂ, ਬੇਸ਼ੱਕ ਅਸੀਂ ਸਭ ਕੁਝ ਜਾਣਦੇ ਹਾਂ, ਫਿਰ ਵੀ ਤੁਹਾਡੇ ਮੁਖ ਤੋਂ ਸੁਣਨਾ ਚਾਹੁੰਦੇ ਹਾਂ। ਸੁਨੇ ਚਾਹੇ ਤੁਮ ਬਦਨ ਤਪਾਪੀ, ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦੇ ਹਾਂ। सतगुर के नित सुख नन रहे हो, करनी जुगत सुभाव सो लहे हो। याते सबको बरन करिए, हमरे ओ प्रसन्नता धरिए। तुसी सतगुर दे सदा सामने रहे हो, सतगुर के नित सन्मुख रहे हो। देखो एक गल हुंदी है गुरु नानक दे दर्शन करने, एक वारी, दो वारी, तीन वारी, चार वारी, 5 वारी, 6 वारी, 7 वारी, 8 वारी, 10 वारी। एक है 18 साल करतारपुर साहब उन्हां नाल रहना, स्नान करवाना, हर हथी सेवा उन्हां दी करनी, उन्हां दी वो अलग अवस्था है बड़ी, ਉਹਦਾ ਕੋਈ ਇਕਵਲ ਨਹੀਂ ਕੀਤਾ ਜਾ ਸਕਦਾ। ਸਤਗੁਰ ਕੇ ਨਿਤ ਸਨਮੁਖ ਰਹੇ ਹੋ, ਤੁਸੀਂ ਉਹਨਾਂ ਦੇ ਸਨਮੁਖ ਰਹੇ ਹੋ, ਉਹਨਾਂ ਦੇ ਸਾਹਮਣੇ ਰਹੇ ਹੋ। ਕਰਨੀ ਜੁਗਤ ਸੁਭਾਵ ਸੋ ਲਏ ਹੋ, ਜੁਗਤੀ ਕਰਨ ਦਾ ਸੁਭਾਵ ਤੁਸੀਂ ਉਹਨਾਂ ਪਾਸੋਂ ਪਾਇਆ, ਜੋ ਤੁਸੀਂ ਕਰਦੇ ਹੋ ਉਹਨਾਂ ਨੂੰ ਦੇਖ ਕੇ ਕਰਦੇ ਹੋ। ਤੁਸੀਂ ਗੁਰੂ ਨਾਨਕ ਰੂਪ ਹੋ ਆਪ, ਤੁਸੀਂ ਨਾਨਕ ਰੂਪ ਹੋ, ਜਿਸ ਤਰ੍ਹਾਂ ਤੁਸੀਂ ਸਿੱਖਿਆ ਉਹਨਾਂ ਕੋਲੋਂ ਤੁਸੀਂ ਉਸੇ ਤਰ੍ਹਾਂ ਕਰਦੇ ਹੋ। ਜਾਂ ਤੇ ਸਭ ਨੂੰ ਵਰਣਨ ਕਰੀਏ, ਇਸ ਲਈ ਹੁਣ ਸਭ ਕੁਝ ਉਹਨਾਂ ਦਾ ਵਰਣਨ ਕਰੋ। हमरे उर प्रसन्नता धरिए, ते करते साडे हिरदे विच प्रसन्नता ले आओ, सानू खुश कर दियो। ये गुरु हरगोबिंद महाराज दे बचन हैं, बाबा बुड्ढा जी दी प्रथाएं। सोच के देखो
कितनी महान शख्सियत दे आप मालक होने हैं कि एक गुरु उन्हां नूं ये गल कहंदे पे हन, सुन भाही बृप परम सिहाना, लग्यो विचारन कर कर ध्याना। बृप इथे बाबा बुड्ढा जी वास्ते आया है, प्यार नाल वर्ड यूज है कवि संतोख सिंह ने। सुन भाई बृद्ध परम सियाना, ओ बृद्ध वड्डे बृद्ध अवस्था विच ਜਿਹੜੇ परम सियाने बहुत सियाने हैं, ਜਿਹੜੇ ਲੱਗਿਓ ਵਿਚਾਰਨ कर कर ਧਿਆਨਾ, ਹੁਣ ਧਿਆਨ करके विचार करते हैं गुरु नानक दे गुणां नूं। कोको जुगत गुरु की कहो, मैं अजान गत सब किनो लियो। मैं कोको जुगत गुरु की कहो, मैं केड़ी केड़ी जुगत उस गुरु की दसां तुहानूं। उस गुरु नानक पातशाह दी सिफत मैं किथे तक कर सकदा हां। कोको जुगत गुरु की कहो, मैं अजान गत सबके मिलयो। मैं ते अजान हां, मैं निमाणा हां, मैं अजान हां, मैं अनपढ़ हां। ये एक असली ब्रह्म ज्ञानी दी, एक असली ब्रह्म ज्ञानी दी कथा है। अजकल एक किताब कोई पढ़ ले, दो किताबां पढ़ ले, मेरे वर्गियां चार पढ़ ले, ते अपने आप नूं पता नहीं कितना वड्डा ज्ञानी समझना शुरू कर दिंदा है कि मेरे वर्गा कोई नहीं, 10 टीके पढ़े हैं जपजी दे मैं। पर इत्थे देखो हालत कितनी निम्रता विचण आप। इम चितवन कर कर मथ माथा, हृदय प्रकाशी अद्भुत कथा। इम चितवन कर कर मथ माथा ब्रज है। इस तरह सोच के अपने मथे नूं सोचते हैं, अपने दिमाग ते जोर पाते हैं। हृदय प्रकाशी अद्भुत कथा, अंदर हृदय विच उन्हां दे गुरु नानक महाराज तो प्रकाश कीती हुई उन्हां दे अद्भुत कथा ये निकली। श्री हरगोबिंद दिशा निहारा, सुनो गुरु इम बाक उचारा। गुरु गुरु हरगोबिंद महाराज की तरफ अपना मुख करके कहन लगे, हे महान गुरु सुनो गुरु, हुण ए गुरु हुण सुनो गल। इम बाक उचारा, ए बाक उचारे उन्होंने बाबा बुड्ढा जी ने। श्री बाबा नानक अवतार, गुरु नानक महाराज अवतारी पुरख हैं, उन्हां दे दर्शन अवतारी हैं। वो कोई आम व्यक्ति नहीं सन कोई। श्री बाबा नानक अवतार, सुते प्रकाशी करनी सार। ते ए उन्हां नूं अवतार सुते प्रकाश, वो जन्म तो अवतारी सन, जन्म तो ज्ञानी सन। उन्होंने कोई मेहनत नहीं की, उन्होंने कोई वड्डे तप नहीं कीते, उन्होंने कोई वड्डा शारीरिक गुरु नहीं धारिया, उन्होंने कोई वड्डे जाके कोई गुरु अमरदास पातशाह जिस तरह गुरु अंगद देव पातशाह गुरु नानक महाराज की सेवा नहीं की। वो जन्म तो गुरु सन, वो जन्म तो रियलाइज सन, वो जन्म तो सब पुरख व्यापी सन, वो अवतारी सन गुरु हरगोबिंद जी। श्री श्री बाबा नानक अवतार, सुथे प्रकाशी करनी सार। जन्मथी अजमत बित आई, सगरे जग में महिमा छाई। जन्म थी अजमत बित आई। वो जन्म तो ही पूर्ण गुरु, जन्म तो ही पूर्ण पूरी तरह रियलाइज सन। उन्हां दे जन्म तो गुरु सन, वो जन्म तो सब कुछ जानते सन, जन्म तो अवतार सन। किसी तो सिक्ख्या नहीं लिती उन्होंने, किसी को पढ़न नहीं गए, किसी को कुछ किसी कोई उन्होंने। इत्थे एक बहुत बड़ा फर्क है। जितने बाकी अवतारी पुरखां दे कोई ना कोई बचपन च कोई गुरु होया है, किसी को गए हैं, सिक्ख्या है। वो चाहे राम सन, चाहे कृष्ण सन, कोई भी सन, हिंदुआं विचों सन, दूसरे धर्मां विचों सन। गुरु नानक महाराज बारे इहो जी कोई गल नहीं आती। कोई इहो जी किसे बारे किधर किधर गए होवन या किसी गुरु धारिया होवे किसी नूं अपना, एक अकाल पुरख नूं छोड़ के। जन्मत ही अजमत विद्याई, ये बाबा बुड्ढा जी दे बचन है। सगरे जग में महिमा छाई, ताई उन्हां दी महिमा सारे जग विच छा गई है। मैं 4-5 लाइना होर पढ़ के समाप्ति करूंगा क्योंकि कथा बहुत लंबी है। घट्टो घट्ट इत्थे 25 पेज होर हैं। इफ समबडी वांट्स टू रीड मोर, इतनी डेप्थ विच कवि साहब ने इहदे उत्ते जिहड़ी प्रकाश पाया है। मत मंदन के पंथ बतायो, संतन के उपदेश दृढ़ायो। मत मंदन को पंथ बतायो। मत मंदन जिन्हां दी मंदी मत है, जिन्हां दी मत थोड़ी है, ਜਿਹੜੇ ਨੈਗੇਟਿਵਿਟੀ ਵਿੱਚ ਰਹਿਣ ਵਾਲੇ ਹਨ। ਮਤਮੰਦਨ ਕੋ ਪੰਥ ਬਤਾਇਓ, ਉਹਨਾਂ ਨੂੰ ਰਸਤਾ ਦੱਸਣਗੇ ਹਰ ਜਗ੍ਹਾ, ਦੂਰ ਦੂਰ ਜਾ ਕੇ। ਜਿਹੜੇ ਵਿਛੜੇ ਹੋਏ ਸਨ, ਜਿਹੜੀ ਮੰਦੀ ਮਤ ਵਾਲੇ ਸਨ, ਜਿਨ੍ਹਾਂ ਦੀ ਮਤ ਪੂਰਨ ਨਹੀਂ ਸੀ, ਜਿਹੜੇ ਨੈਗੇਟਿਵਿਟੀ ਵਿੱਚ ਰਹਿੰਦੇ ਸਨ, ਉਹ ਚਾਹੇ ਠੱਗ ਹੋਣ ਸੱਜਣ ਵਰਗੇ, ਕੋਡੇ ਰਾਖਸ਼ ਵਰਗੇ ਹੋਣ,
ਕਿੱਥੇ ਕਿੱਥੇ ਗਏ ਹਨ ਮਹਾਰਾਜ ਦਰਸ਼ਨ ਕਰਨ ਉਹਨਾਂ ਦੇ, ਉਹਨਾਂ ਨੂੰ ਜਾ ਕੇ ਤਾਰਿਆ ਹੈ। ਮਤ ਮੰਨਨ ਕੋ ਪੰਥ ਬਤਾਇਓ, ਉਹਨਾਂ ਨੂੰ ਰਸਤਾ ਦੱਸਿਆ ਹੈ, ਪੰਥ ਬਤਾਇਓ, ਉਹਨਾਂ ਨੂੰ ਰਸਤਾ ਦੱਸਿਆ ਹੈ। ਘਰ ਵਿੱਚ ਬੈਠ ਕੇ ਵੇਟ ਨਹੀਂ ਕੀਤੀ ਕੋਈ ਮੇਰੇ ਕੋਲ ਆਏਗਾ। ਉਹ ਰੋਗੀ ਕੋਲ ਗਏ ਹਨ, ਰੋਗੀ ਉਹਨਾਂ ਕੋਲ ਨਹੀਂ ਆਏ। ਇਹ ਫਰਕ ਹੈ ਇੱਥੇ ਬੜਾ ਵੱਡਾ। ਮਤ ਮੰਨਨ ਕੋ ਪੰਥ ਬਤਾਇਓ, ਸੰਤਨ ਕੇ ਉਪਦੇਸ਼ ਦ੍ਰਿੜਾਇਓ। ਤੇ ਜਿਹੜੇ ਸੰਤ ਸਨ ਜਿਨ੍ਹਾਂ ਦੇ, ਭਾਈ ਝੰਡਾ ਜੀ ਵਰਗੇ, ਹਾਂਜੀ, ਭਾਈ ਝੰਡਾ ਜੀ ਵਰਗਿਆਂ ਦੇ ਘਰ ਗਏ ਹਨ, ਜਿਹੜੇ ਸੰਤ ਸਨ, ਜਿਹੜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਸਨ ਪਰ ਮਿਲਣ 'ਚ ਤਕਲੀਫ ਆ ਰਹੀ ਸੀ, ਉਹਨਾਂ ਨੂੰ ਸੰਤਨ ਕੋ ਉਪਦੇਸ਼ ਦ੍ਰਿੜਾਇਓ, ਉਹਨਾਂ ਦੇ ਉਪਦੇਸ਼ ਨੂੰ ਦ੍ਰਿੜਾਇਆ ਉਹਨਾਂ ਨੇ। ਮਤ ਬੰਧਨ ਕੋ ਪੰਥ ਬਤਾਇਓ, ਸੰਤਨ ਕੋ ਉਪਦੇਸ਼ ਦ੍ਰਿੜਾਇਓ, ਸੰਤਾਂ ਨੂੰ ਉਪਦੇਸ਼ ਦ੍ਰਿੜਾ ਦਿੱਤਾ ਜਿਨ੍ਹਾਂ ਨੂੰ ਮੁਸ਼ਕਿਲ ਹੋ ਰਹੀ ਸੀ ਪ੍ਰਮਾਤਮਾ ਮਿਲਣ ਨੂੰ। ਤੇ ਜਿਹੜੇ ਮੰਦੀ ਮਤ ਵਾਲੇ ਸਨ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਹੈ। ਇਹੋ ਜਿਹੇ ਮਹਾਨ ਗੁਰੂ ਦੇ ਦਰਸ਼ਨ ਮੈਂ ਕੀਤੇ ਹਨ। ਗੁਰੂ ਹਰਗੋਬਿੰਦ ਮਹਾਰਾਜ, ਮੀਰ ਪੀਰ ਤੁਰਕਨ ਕੇ ਸਾਰੇ, ਇੱਥੇ ਗੱਲ ਨਹੀਂ ਹੈ ਖਾਲੀ। ਤੇ ਜਿਹੜੇ ਮੁਸਲਮਾਨ ਸਨ, ਤੁਰਕ ਜਿਹੜੇ ਸਨ, ਉਹਨਾਂ ਦੇ ਵੱਡੇ ਤੋਂ ਵੱਡੇ ਮੀਰ ਤੇ ਵੱਡੇ ਤੋਂ ਵੱਡੇ ਪੀਰ, ਉਹਨਾਂ ਦੇ ਵੱਡੇ ਤੋਂ ਵੱਡੇ ਹੋਰਾਂ ਧਰਮਾਂ ਦੇ ਵੱਡੇ ਗਿਆਤਾ ਜਿਹੜੇ ਹਨ, ਮੀਰ ਪੀਰ ਤੁਰਕਨ ਕੇ ਸਾਰੇ, ਪਰ ਸ਼ਰਨ ਉਰ ਸਰਦਾ ਤਾਰੇ, ਉਹ ਉਹਨਾਂ ਦੇ ਚਰਨਾਂ ਤੇ ਢਹਿੰਦੇ ਸਨ। हे ਗੁਰੂ ਹਰਗੋਬਿੰਦ ਮਹਾਰਾਜ, ਉਹ ਇੱਕ ਧਰਮ ਤੇ ਕਾਇਲ ਨਹੀਂ ਸਨ ਖਾਲੀ। ਜਿਤਨੀ ਇੱਜ਼ਤ ਹਿੰਦੂਆਂ ਵਿੱਚ ਸੀ ਉਹਨਾਂ ਦੀ, हे ਮਹਾਰਾਜ, ਉਤਨੀ ਇੱਜ਼ਤ ਮੁਸਲਮਾਨਾਂ ਵਿੱਚ ਵੀ ਸੀ। ਜਿਤਨੇ ਵੱਡੇ ਪੀਰ ਪੈਗੰਬਰ ਉਹਨਾਂ ਵਿੱਚ ਹੋਏ ਹਨ, ਉਹ ਸਾਰੇ ਉਹਨਾਂ ਦੇ ਚਰਨੀ ਢਹਿੰਦੇ ਸਨ। ਇਤਨੇ ਮਹਾਨ ਗੁਰੂ ਹਨ, ਉਸ ਗੁਰੂ ਦੇ ਦਰਸ਼ਨ ਮੈਂ ਕੀਤੇ ਹਨ। ਇਹ ਗੁਰੂ ਹਰਗੋਬਿੰਦ, ਮੀਰ ਪੀਰ ਤੁਰਕਨ ਕੇ ਸਾਰੇ, ਪਰੇ ਸਰਨ ਉਰ ਸਰਦਾ ਧਾਰੇ, ਉਹ ਸਾਰੇ ਉਹਨਾਂ ਦੇ ਸ਼ਰਨ ਪੈਂਦੇ ਸਨ। हे ਗੁਰੂ ਹਰਗੋਬਿੰਦ ਜੀ, ਹੋਰ ਕੌਣ ਕੌਣ ਸੀ ਨਾਲ? ਜੋਗੀ ਸਿੱਧ ਨਾਥ ਬ੍ਰਹਮਚਾਰੀ, ਜਿਤਨੇ ਜੋਗੀ ਸਨ। ਅਚਲ ਬਟਾਲੇ ਦੀ ਕਥਾ ਵਿੱਚ ਵੀ ਬਾਬਾ ਬੁੱਢਾ ਜੀ ਨਾਲ ਸਨ, ਨਾਲ ਜਿੱਥੇ ਹੋਈ ਗੱਲਬਾਤ। ਸਾਰੇ ਜੋਗੀ ਉਹਨਾਂ ਦੇ ਪੈਰ ਪੈਂਦੇ ਸਨ। ਜੋਗੀ ਸਿੱਧ ਤੇ ਸਿੱਧ ਵੀ ਪੈਂਦੇ ਸਨ ਉਹਨਾਂ ਦੇ ਪੈਰ, ਨਾਥ ਤੇ ਬ੍ਰਹਮਚਾਰੀ। ਤਪੀ ਦਿਗੰਬਰ ਜੇ ਪਟ ਭਾਰੀ, ਤਪੀ ਜਿਹੜੇ ਤਪ ਕਰਨ ਵਾਲੇ ਹਨ, ਜਿਹੜੇ ਭਾਰੀ ਤਪੱਸਿਆ ਘਰ-ਬਾਰ ਛੋੜ ਕੇ ਤਪ ਕਰਨ ਵਾਲੇ ਹਨ, ਉਹ ਵੀ ਉਹਨਾਂ ਦੇ ਚਰਨਾਂ ਤੇ ਢਹਿੰਦੇ ਸਨ। ਦਿਗੰਬਰ ਜੇ ਪਟ ਧਾਰੀ, ਦਿਗੰਬਰ ਜੈਨਿਜ਼ਮ ਦਾ ਇੱਕ ਅੰਗ ਹੈ, ਜਿਹੜੇ ਕੱਪੜੇ ਨਹੀਂ ਪਹਿਨਦੇ, ਜਿਹੜੇ ਨੰਗੇ ਰਹਿੰਦੇ ਹਨ, ਜਿਹੜੇ ਜੈਨੀ ਵੀ ਉਹਨਾਂ ਦੇ ਪੈਰ ਪਕੜਦੇ ਸਨ, ਉਹਨਾਂ ਨੂੰ ਸ਼ਰਧਾ ਕਰਦੇ ਸਨ। हे ਗੁਰੂ ਹਰਗੋਬਿੰਦ ਮਹਾਰਾਜ, ਉਹ ਗੁਰੂ ਬੜੀ ਵੱਡੀ ਅਵਸਥਾ ਵਾਲੇ ਸਨ, ਉਹ ਅਵਤਾਰੀ ਪੁਰਖ ਸਨ ਗੁਰੂ ਨਾਨਕ। ਤਪੀ ਦਿਗੰਬਰ ਜੇ ਪਟ ਧਾਰੀ, ਪਟ ਕੱਪੜੇ ਨੂੰ ਕਹਿੰਦੇ ਹਨ ਰੇਸ਼ਮ ਦੇ। ਦਿਗੰਬਰ ਜੇ ਪਟ ਧਾਰੀ, ਦਿਗੰਬਰ ਜਿਹੜਾ ਨੰਗਾ ਹੋਵੇ, ਪਟ ਧਾਰੀ ਜਿਹੜੇ ਕੱਪੜੇ ਪਾਉਣ ਵਾਲਾ ਹੋਵੇ। ਦੋਨੋਂ ਤਰ੍ਹਾਂ ਦੇ ਤਪਸਵੀ ਉਹਨਾਂ ਨੂੰ ਆਪਣਾ ਬੜੀ ਸ਼ਰਧਾ ਤੇ ਪਿਆਰ ਨਾਲ ਉਹਨਾਂ ਦੇ ਚਰਨ ਚੂੰਦੇ ਸਨ। ਭਾਵ ਬੜੀ ਇੱਜ਼ਤ ਮਾਨ ਸੀ ਗੁਰੂ ਪੂਰੇ ਜਗਤ ਵਿੱਚ ਉਹਨਾਂ ਦੀ। ਜੋਗੀ ਸਿੱਧ ਨਾਥ ਬ੍ਰਹਮਚਾਰੀ, ਤਪੀ ਦਿਗੰਬਰ ਜੇ ਪਟ ਧਾਰੀ, ਸੰਨਿਆਸੀ ਆਦਿਕ ਕੋ ਗਨੈ। ਤੇ ਜਿਹੜੇ ਸੰਨਿਆਸੀ ਸਨ, ਘਰ-ਬਾਰ ਛੋੜ ਕੇ ਚਲੇ ਜਾਂਦੇ ਸਨ, ਉਹ ਵੀ ਉਹਨਾਂ ਦੇ ਚਰਨਾਂ ਤੇ ਪੈਂਦੇ ਸਨ। ਇਤਨੇ ਮਹਾਨ ਗੁਰੂ ਦੇ ਦਰਸ਼ਨ ਅਸੀਂ ਕੀਤੇ ਹਨ, ਉਹਨਾਂ ਦੇ ਚਰਨ ਛੂਏ ਹਨ। ਸੰਨਿਆਸੀ ਆਦਿਕ ਕੋ ਗਨੈ, ਸਾਧ ਭੇਖ ਬੜ ਲਘੂ ਨ ਜਨੇ। ਕੋਈ ਉਹਨਾਂ ਦੀ ਗਿਣਤੀ ਕਰੇ, ਸਾਧ ਭੇਖ ਸਾਰੇ ਵੱਡੇ ਛੋਟੇ ਜਿਹੜੇ ਬਹੁਤ ਸਨ, ਸਾਧ ਭੇਖ ਬੜ ਲਘੂ ਜੇ ਗਿਨੇ, ਛੋਟੇ ਵੱਡੇ ਜਿਸ ਧਰਮ ਦੇ ਹੋਣ ਉਹਨਾਂ ਦੇ ਚਰਨੀ ਪੈਂਦੇ ਸਨ। ਇਤਨੀ ਮਹਾਨ ਆਪ ਆਤਮਾ ਸੀ, ਅਵਤਾਰੀ ਪੁਰਸ਼ ਸਨ। ਉਸ ਮਹਾਨ ਗੁਰੂ ਦੇ ਦਰਸ਼ਨ ਮੈਂ ਕੀਤੇ ਹਨ। हे ਗੁਰੂ ਹਰਗੋਬਿੰਦ ਮਹਾਰਾਜ, ਕਲਯੁਗ ਮੈਂ ਤਿਨਕੋ ਬੜ ਮਾਨੋ। ਕਲਯੁਗ ਵਿੱਚ ਬੜੇ ਵੱਡੇ ਅਵਤਾਰ ਪੈਦਾ ਹੋਏ ਹਨ ਗੁਰੂ ਨਾਨਕ ਦੇਵ, ਜਿਨ੍ਹਾਂ ਦੇ ਦਰਸ਼ਨ ਮੈਂ ਆਪ ਕੀਤੇ ਹਨ। ਬਹੁਤ ਵੱਡੇ ਅਵਤਾਰ ਵੱਡੇ ਗਏ ਹਨ, ਬੜ ਮਾਨੋ, ਵੱਡੇ ਮੰਨੇ ਗਏ ਹਨ। ਗੁਰੂ ਸਕਲ ਜਗ ਕਰ ਜਾਣੇ, ਗੁਰੂ ਸਕਲ ਜਗ ਕੇ ਕਰ ਜਾਣੇ। ਜਗਤ ਦੇ ਸਾਰੇ ਲੋਕ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ। ਇਹ ਇੱਕ ਬਹੁਤ ਵੱਡੀ ਵਡਿਆਈ ਹੈ। ਇੱਥੇ ਮੈਂ ਲੈਟ ਮੀ ਸਟਾਪ ਹੇਅਰ ਫॉर ਅ ਸੈਕੰਡ ਐਂਡ ਜਸਟ ਟੈਲ ਯੂ ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਜੋ ਬਾਬਾ ਬੁੱਢਾ ਜੀ ਕਰਦੇ ਪਏ ਹਨ, ਜਿਨ੍ਹਾਂ ਨੇ ਆਪ ਪ੍ਰਤੱਖ ਰੂਪ ਵਿੱਚ ਦਰਸ਼ਨ ਕੀਤੇ ਹਨ। ਉਹਨਾਂ ਨੇ ਕਿਸੇ ਹੋਰ ਅਵਤਾਰੀ ਪੁਰਖ ਬਾਰੇ ਇਹੋ ਜਿਹੀ ਗੱਲ ਨਹੀਂ ਮਿਲਦੀ ਕਿ ਆਨ ਧਰਮਾਂ ਦੇ ਲੋਕ ਆ ਕੇ ਉਹਨਾਂ ਨੂੰ ਮੱਥਾ ਟੇਕਦੇ ਹੋਣ। ਹਾਂਜੀ, ਅਸੀਂ ਰੀਸੈਂਟਲੀ ਥੋੜੀ ਸਾਲ ਪਹਿਲੇ ਇਜ਼ਰਾਈਲ ਗਏ ਤੇ ਉੱਥੇ ਮੈਂ ਹੈਰਾਨ ਰਹਿ ਗਿਆ ਕਿ
ਜੂਇਸ਼ ਜਿਹੜੇ ਗਾਈਡ ਜਿਹੜੇ ਸਨ, ਜੀਸਸ ਬਾਰੇ ਕੋਈ ਬਹੁਤ ਇੱਜ਼ਤ ਮਾਨ ਨਾਲ ਗੱਲ ਨਹੀਂ ਕਰਦੇ, ਤੇ ਜਿਹੜੇ ਉਲਟੇ ਸਨ ਉਹ ਜੂਸ ਬਾਰੇ ਠੀਕ ਤਰ੍ਹਾਂ ਗੱਲ ਨਹੀਂ ਕਰਦੇ। ਜਿਹੜੇ ਮੁਸਲਮਾਨ ਸਨ ਉਹ ਜੂਸ ਬਾਰੇ ਠੀਕ ਤਰ੍ਹਾਂ ਗੱਲ ਨਹੀਂ ਕਰਦੇ। ਭਾਵ ਉਹਨਾਂ ਦੇ ਆਪਣੇ ਅਵਤਾਰੀ ਪੁਰਖ ਨਾਲ ਦੂਸਰਿਆਂ ਦੇ ਨਾਲ ਜਿਹੜਾ ਮੇਲ ਜੋਲ ਠੀਕ ਨਹੀਂ ਰਹਿ ਸਕਿਆ। ਪਰ ਇੱਥੇ ਗੱਲ ਅਲੱਗ ਹੈ। ਇੱਥੇ ਗੁਰੂ ਨਾਨਕ ਪਾਤਸ਼ਾਹ ਬਾਰੇ ਗੱਲ ਜਿੱਥੇ ਆਈ ਹੈ, ਜਿੱਥੇ ਜੇ ਬਗਦਾਦ ਵੀ ਗਏ ਹਨ, ਦਸਤਗੀਰ ਨੂੰ ਵੀ ਮਿਲੇ ਹਨ, ਚਾਹੇ ਮੱਕੇ ਗਏ ਹਨ, ਚਾਹੇ ਸ਼੍ਰੀਲੰਕਾ ਗਏ ਹਨ ਜਿੱਥੇ ਬੁੱਧਿਜ਼ਮ ਦਾ ਡਰ ਸੀ, ਗੜ ਸੀ, ਜਿੱਥੇ ਚਾਹੇ ਉਹ ਈਸਟ ਵਿੱਚ ਗਏ ਹਨ, ਮਨੇ ਕਟਕ ਗਏ ਹਨ, ਜਿੱਥੇ ਦਰਸ਼ਨ ਕੀਤੇ ਹਨ ਉੱਥੇ, ਹਾਂਜੀ ਉਸ ਪਾਸੇ ਗਏ ਹਨ, ਚਾਹੇ ਬਦਰੀਨਾਥ ਗਏ ਹਨ, ਚਾਹੇ ਯੋਗੀਆਂ ਦੇ ਕੰਢੇ ਗਏ ਹਨ, ਸਾਰੇ ਉਹਨਾਂ ਦੇ ਚਰਨਾਂ ਤੇ ਢਏ ਹਨ। ਉਸ ਮਹਾਨ ਗੁਰੂ ਦੀ ਕਥਾ ਇੱਥੇ ਬਾਬਾ ਬੁੱਢਾ ਜੀ ਬਿਆਨ ਕਰਦੇ ਪਏ ਹਨ ਕਿ ਅਧਿਕ ਕਲਯੁਗ में तिनको बड़ मानो गुरु सकल जग को कर जानो। ਸਾਰੇ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ, ਚਾਹੇ ਜੋਗੀ ਸਨ, ਚਾਹੇ ਮੁਸਲਮਾਨ ਪੀੜ ਸਨ। ਤਿੰਨ ਲੋਕ में बध्यो प्रतापे, सुर नर असुर सिख निज थापे। ਤਿੰਨ ਲੋਕ में बध्यो प्रतापे, ਤਿੰਨਾਂ ਲੋਕਾਂ ਵਿੱਚ ਉਹਨਾਂ ਦਾ ਬੜਾ ਵੱਡਾ ਪ੍ਰਤਾਪ ਸੀ। हे ਗੁਰੂ ਹਰਗੋਬਿੰਦ ਮਹਾਰਾਜ ਜੀ, ਮੇਰੇ ਮੂੰਹੋਂ ਸੁਣੋ ਤੁਸੀਂ ਗੱਲ ਇਹ, ਮੈਂ ਉਹਨਾਂ ਦੀ ਇੱਕ ਅੱਖਾਂ ਨਾਲ ਦਰਸ਼ਨ ਕੀਤੇ ਹਨ ਗੁਰੂ ਨਾਨਕ ਦੇ। ਸੁਰ ਨਰ ਅਸੁਰ ਸਿੱਖ ਨਿਜ ਥਾਪੇ, ਦੈਂਤ ਤੇ ਸਿੱਖ ਆਦਿ ਸਥਾਪਨ ਭਾਵ ਮਤ। ਮਾੜੀ ਬੁੱਧੀ ਵਾਲਿਆਂ ਨੂੰ ਵੀ ਉਹਨਾਂ ਨੇ ਪਿਆਰ ਕੀਤਾ ਹੈ, ਮਾੜੀ ਬੁੱਧੀ ਵਾਲੇ ਉਹਨਾਂ ਨੂੰ ਤਿਆਗਿਆ ਨਹੀਂ। ਸਾਡੇ ਵਰਗਿਆਂ ਨੇ ਕੋਡੇ ਰਾਖਸ਼ਲ ਕੋਲ ਚੱਲ ਕੇ ਆਪ ਗਏ ਹਨ, ਸੱਜਣ ਠੱਗ ਕੋ ਚੱਲ ਕੇ ਆਪ ਗਏ ਹਨ। ਇਹ ਨਹੀਂ ਕਿ ਉਹਨਾਂ ਨੂੰ ਉਹ ਠੱਗੇ ਹਨ ਤੇ ਰਹਿਣ ਦਿਓ, ਅਸੀਂ ਘਰ ਬੈਠੇ ਹਾਂ, ਜੋ ਹੋਣ ਦਿਓ ਉਹਨਾਂ ਨੂੰ, ਉਹ ਨਹੀਂ ਕੀਤਾ ਉਹਨਾਂ ਨੇ। ਉਸ ਮਹਾਨ ਗੁਰੂ ਦੀ ਮੈਂ ਤੁਹਾਨੂੰ ਸਾਹਮਣੇ, ਤੁਹਾਡੇ ਸਾਹਮਣੇ ਰੱਖਦਾ ਪਿਆ ਹਾਂ। अधिक दरब सतनाम बटोरा, जिसे अहंग मम लगे न चोरा। सतनाम रूप धन बहुत इकट्ठा कीता उन्होंने। ये माया रूपी धन जो ਅਸੀਂ ਇਕੱਠਾ ਕਰਦੇ ਹਾਂ ਉਹ ਨਹੀਂ ਹੈ, ਇਹ ਸਿਮਰਨ ਰੂਪੀ ਧਨ ਹੈ ਜਿਹੜੇ ਸੰਤ ਲੋਕ ਇਕੱਠਾ ਕਰਦੇ ਹਨ। ਅਧਿਕ ਦਰਬ, ਦਰਬ ਕਹਿੰਦੇ ਹਨ ਕੈਪੀਟਲ ਨੂੰ, ਤੁਹਾਡੀ ਵੈਲਥ ਨੂੰ। ਅਧਿਕ ਦਰਬ ਸਤਨਾਮ ਬਟੋਰਾ, ਬੜੇ ਵੱਡਾ ਪ੍ਰਮਾਤਮਾ ਦਾ ਨਾਮ ਉਹਨਾਂ ਨੇ ਬਟੋਰਿਆ। ਜਿਸੇ ਅਹੰਗ ਮਮ ਲੱਗੇ ਨਾ ਚੋਰਾ, ਜਿਸ ਨੂੰ ਨਾ ਅਹੰਗ ਲੱਗਦਾ ਹੈ ਨਾ ਚੋਰੀ। ਅਹੰਗ ਮਨੇ ਜਿਹਨੂੰ ਨਾ ਅਹੰਕਾਰ ਛੂ ਸਕਦਾ ਹੈ ਤੇ ਨਾ ਚੋਰ ਲੈ ਕੇ ਜਾ ਸਕਦੇ ਹਨ। ਜਿਸੇ ਅਹੰਗ ਮਮ ਲੱਗੇ ਨਾ ਚੋਰਾ, ਨਾ ਜਿਹਨੂੰ ਚੋਰ ਲੈ ਕੇ ਜਾ ਸਕਦੇ ਹਨ ਤੇ ਜਸ ਨੂੰ ਅਹੰਗ ਲੱਗਦਾ ਹੈ। ਤੇ ਕੀ ਕੀਤਾ ਉਹਨਾਂ ਨੇ, ਕਿਹੜੀ ਚੀਜ਼ ਵੰਡੀ ਦੁਨੀਆ ਵਿੱਚ, ਉਹਦੇ ਹੁਣ ਅਸਲਾ ਦੱਸਦੇ ਹਨ। ਪ੍ਰੇਮ ਭਗਤ ਕੇ ਭਰੇ ਭੰਡਾਰੇ, ਪ੍ਰੇਮਾ ਭਗਤੀ ਦੇ ਭੰਡਾਰੇ ਵੰਡ ਦਿੱਤੇ ਪੂਰੇ ਜਗਤ ਨੂੰ ਗੁਰੂ ਨਾਨਕ ਨੇ। हे ਗੁਰੂ ਹਰਗੋਬਿੰਦ ਮਹਾਰਾਜ, ਇਹ ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ। ਪ੍ਰੇਮ ਭਗਤ ਕੇ ਭਰੇ ਭੰਡਾਰੇ, ਪ੍ਰੇਮਾ ਭਗਤੀ ਦੇ ਭੰਡਾਰੇ ਉਹਨਾਂ ਨੇ ਹਰ ਜਗ੍ਹਾ ਵੰਡ ਦਿੱਤੇ। ਪਰ ਸਤਨਾਮ ਖਜ਼ਾਨੇ ਸਾਰੇ, ਸਾਰਿਆਂ ਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਿਆ, ਸਾਰਿਆਂ ਨੂੰ ਉਸ ਖਜ਼ਾਨੇ, ਉਸ ਸਤਨਾਮ ਨਾਲ ਜੋੜਿਆ। ਤੇ ਇਤਨਾ ਹੀ ਨਹੀਂ, ਅੱਗੇ ਦੇਖੋ, ਸ੍ਰੀ ਅੰਗਦ ਕੋ ਸੋਪਨ ਕਰੇ, ਨਿਖੁੱਟੇ ਜੋ ਨਾ ਰਹੇ ਸਦ ਭਰੇ। ਤੇ ਇਹ ਸਾਰੇ ਵੱਡੇ ਖਜ਼ਾਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਝੋਲੀ ਚ ਪਾ ਦਿੱਤੇ ਉਹਨਾਂ ਨੇ, ਲੈਣੇ ਨੂੰ ਅੰਗਦ ਬਣਾ ਦਿੱਤਾ। ਇਹ ਉਹਨਾਂ ਦੀ ਵਡਿਆਈ ਹੈ, ਉਹਨਾਂ ਵੱਡੇ ਗੁਰੂਆਂ ਦੀ। ਸ੍ਰੀ ਅੰਗਦ ਕੋ ਸੋਪਨ ਕਰੇ, ਗੁਰੂ ਸ੍ਰੀ ਅੰਗਦ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਸਾਰੇ ਵੱਡੇ ਸਤਨਾਮ ਦੇ ਖਜ਼ਾਨੇ ਛੋਪ ਦਿੱਤੇ। ਨਿਖੁੱਟ ਜੇ ਨਾ ਰਹੇ ਸਦ ਭਰੇ, ਨਿਖੁੱਟ ਕੜੀ ਨਾ ਛੁੱਟਣ ਵਾਲੇ, ਖਤਮ ਨਾ ਹੋਣ ਵਾਲੇ, ਸਦ ਭਰੇ ਹਮੇਸ਼ਾ ਭਰੇ ਰਹਿਣ ਵਾਲੇ। ਨਿਤ ਪ੍ਰਤ ਬਚਨ ਬ੍ਰਿਪਾ ਲਹੇ, ਦਾਰਦ ਜਨਮ ਮਰਨ ਕੋ ਕਹੇ। ਸਦ ਹੀ ਭਰੇ ਨਿਤਾ ਪ੍ਰਿਤ ਬਰਚਣ ਨਾਲ ਹੋਗ ਵਧ ਰਹੇ ਹਨ, ਜਨਮ ਮਰਨ ਕੇ ਦਿਲਦੀਰ ਨੂੰ ਨਾਸ਼ ਕਰਦੇ ਹਨ। ਇਹ ਜੇ ਬਰਚਨ ਕਹਿੰਦੇ ਸਨ ਗੁਰੂ ਨਾਨਕ, ਜਿਨ੍ਹਾਂ ਨੂੰ ਸੁਣ ਕੇ, ਦਿਲ ਨੂੰ ਸੁਣ ਕੇ ਸਾਰਿਆਂ ਦੇ ਦੁੱਖ ਨਾਸ਼ ਹੋ ਜਾਂਦੇ ਸਨ। ਉਸ ਮਹਾਨ ਗੁਰੂ ਦੇ ਦਰਸ਼ਨ ਮੈਂ ਕੀਤੇ ਹਨ ਗੁਰੂ ਹਰਗੋਬਿੰਦ ਮਹਾਰਾਜ। ਉਹਨਾਂ ਦੀ ਕਥਾ ਤੁਹਾਨੂੰ ਸੁਣਾ ਰਿਹਾ ਹਾਂ ਮੈਂ। ਤਾਂ ਇਹ ਮੈਂ ਟੌਪਿਕ ਪਰਪਸਲੀ ਇਸ ਵਾਸਤੇ ਲਿੱਤਾ ਹੈ ਕਿ ਮੈਂ ਐਮਫਸਾਈਜ਼ ਕਰਨਾ ਚਾਹੁੰਦਾ ਇਸ ਗੱਲ ਨੂੰ ਕਿ ਆਪਣੀ ਲਾਈਫ ਵਿੱਚ ਪ੍ਰਮਾਤਮਾ ਦੇ ਜੁੜਿਆ ਹੋਣ ਦੀ ਸੰਗਤ ਦੀ ਇੰਪੋਰਟੈਂਸ ਕਿਤਨੀ ਜ਼ਿਆਦਾ ਹੈ। ਇਹ ਅੰਡਰ ਐਮਫਸਾਈਜ਼ ਨਹੀਂ ਕੀਤੀ ਜਾ ਸਕਦੀ, ਨਾ ਓਵਰ ਐਮਫਸਾਈਜ਼ ਕੀਤੀ ਸਕਦੀ ਇਸ ਗੱਲ ਨੂੰ। ਤੇ ਅੱਗੇ ਜਾ ਕੇ ਕਹਿੰਦੇ ਹਨ, ਤੇ ਮੈਂ ਇੱਥੇ ਹੁਣ ਮੈਂ ਲਾਸਟ ਲਾਈਨ ਕਿਉਂਕਿ ਕਥਾ ਬੜੀ ਲੰਬੀ ਹੈ, ਫਿਰ ਹੁਣ ਗੁਰੂ ਅੰਗਦ ਦੇਵ ਮਹਾਰਾਜ ਦੇ ਉਹਨਾਂ ਦੀ ਉਸਤਤੀ ਵਿੱਚ ਕਹਿਣਗੇ, ਫਿਰ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤਤੀ ਵਿੱਚ ਬਚਨ ਆਣਗੇ।
द्वितीय पातशाही के लीनस राखे गुहज बिदत तहकीनस। दूसरे पातशाह दी फिर वड्डी करामात पाई, उन्होंने ये सारी प्रेमा भक्ति ते पर राखे गुहज बिदत नहीं कीनस, लेकिन उन्होंने ये प्रकाश उन्होंने उदासियां नहीं लितियां, उन्होंने घर बैठ के अंदर गुज करके अंदर ये प्रकाश रखिया, उन्होंने खडूर प्रकाश जगाया। सिख संगतां खडूर आंदियां हैं, किसे को हित करे नहीं दिखाए, मुखते कहे नहीं कहां सुनाए। उन्होंने अपनी मुखते रखिया, बड़े निम्रता वाले गुरु अंगद देव महाराज जी सन। किसी ਨੂੰ ਜਿਤਾਇਆ ਨਹੀਂ ਉਹਨਾਂ ਨੇ ਕਿ ਮੇਰੇ ਅੰਦਰ ਇਤਨਾ ਵੱਡਾ ਗਿਆਨ ਗੁਰੂ ਨਾਨਕ ਦੀ ਪ੍ਰੇਮਾ ਭਗਤੀ ਦਾ ਗਿਆਨ ਮੇਰੇ ਉਹਨਾਂ ਨੇ ਦਿੱਤਾ ਹੈ। ਇਹ ਗਿਆਨ ਉਹਨਾਂ ਨੇ ਆਪਣੇ ਅੰਦਰ ਰੱਖਿਆ ਤੇ ਸੰਗਤਾਂ ਨੂੰ ਖਡੂਰ ਸਾਹਿਬ ਵੰਡਣਾ ਸ਼ੁਰੂ ਕੀਤਾ। ਇਹ ਛੋਟੀ ਜੀ ਕਥਾ ਮੈਂ ਤੁਹਾਡੇ I tried to put that in front। ਕਥਾ ਬਹੁਤ ਲੰਬੀ ਹੈ, ਕਿਸੇ ਦਿਨ ਟਾਈਮ ਮਿਲਿਆ I'm going to tell you how many pages it is though। It's about 6 or 7 or 8 4 pages ਜੋ ਜਦੋਂ ਇਹ ਉਸ ਦਿਨ ਦੀ ਕਥਾ ਹੈ ਜਦੋਂ ਮਹਾਰਾਜ ਨੇ ਤੇ ਇਹ ਇਸ ਜਗ੍ਹਾ ਤੋਂ ਸਿਵਾਏ ਇੱਕ ਹੋਰ ਇਨਸੀਡੈਂਟ ਹੈ, ਉਹ ਵੀ ਮੈਂ ਢੂੰਡਿਆ ਹੋਇਆ ਸੂਰਜ ਪ੍ਰਕਾਸ਼ ਤੋਂ, ਬਟ ਲਾਈਨ ਬੜਾ ਟਾਈਮ ਲੰਬਾ ਲੱਗ ਜਾਏਗਾ ਬੜਾ। ਬਟ ਜਦੋਂ ਮਹਾਰਾਜ ਦਾ ਜਦੋਂ ਬ੍ਰਿਧ ਅਵਸਥਾ ਚ ਆ ਗਏ, ਜਦੋਂ ਆਪ ਇਤਿਹਾਸਕਾਰਾਂ ਨੇ ਲਿਖਿਆ ਹੈ ਜਦੋਂ ਮਿਡ 90s ਵਿੱਚ ਆਏ, ਜਦੋਂ ਤੇ ਬ੍ਰਿਧ ਹੋ ਗਿਆ ਸਰੀਰ ਬੜਾ, ਤੇ अर्ਲੀ 100s ਵਿੱਚ ਮਹਾਰਾਜ ਨੇ ਅਰਦਾਸ ਕੀਤੀ ਕਿ ਤੁਸੀਂ ਹੁਣ ਹਰਮੰਦਰ ਸਾਹਿਬ ਦੀ ਸੇਵਾ ਜਿਹੜੀ ਹੈ, ਸਰੀਰ ਤੁਹਾਡਾ ਬ੍ਰਿਧ ਹੋ ਗਿਆ ਹੈ, ਤੁਸੀਂ ਚਲੇ ਜਾਓ ਵਾਪਸ ਆਪਣੇ ਪਿੰਡ ਤੇ ਉੱਥੇ ਰਹੋ ਜਾ ਕੇ। ਤੇ ਹੁਣ ਵੀ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ, ਮੈਨੂੰ ਜਗ੍ਹਾ ਦਾ ਐਗਜ਼ੈਕਟਲੀ ਨਾਂ ਨਹੀਂ ਹੈ, ਜਿਹੜੀ ਬਾਬਾ ਬੁੱਢਾ ਜੀ ਦਾ ਸਥਾਨ ਹੈ, ਜਿਹੜੀ ਸੜਕ ਜਾਂਦੀ ਹੈ GT ਰੋਡ ਟੁਵਰਡਸ ਲਾਹੌਰ, ਜਿਹੜੀ ਪਾਕਿਸਤਾਨ ਸਿਰਫ ਜਿਹੜੀ ਸੜਕ ਜਾਂਦੀ ਹੈ ਉਹਦੇ ਰਸਤੇ ਚ ਪਿੰਡ ਆਉਂਦਾ, ਮੈਨੂੰ ਜਸਟ somehow I forgot the name of the village। ਛਾਟਾ ਸਾਹਿਬ। ਹਾਂਜੀ, ਥੈਂਕ ਯੂ ਜੀ। ਉੱਥੇ ਉਹਨਾਂ ਦਾ ਸਥਾਨ ਹੈ ਜਿੱਥੇ ਉਹਨਾਂ ਦੀ ਸਮਾਧ ਵੀ ਹੈ, ਜਿੱਥੇ ਤੇ ਉੱਥੇ ਚਲੇ ਗਏ। ਕੱਥੂ ਨੰਗਲ ਵੀਰ ਜੀ, ਕੱਥੂ ਨੰਗਲ ਨਹੀਂ, ਕੱਥੂ ਨੰਗਲ ਉਹਨਾਂ ਦਾ ਜਨਮ ਹੋਇਆ ਦੀਦੀ। ਕੱਥੂ ਨੰਗਲ ਉਹ ਫਿਰ ਛੋੜ ਕੇ ਆ ਗਏ ਜਦੋਂ ਮਹਾਰਾਜ, ਜਦੋਂ ਕੱਥੂ ਨੰਗਲ ਜਨਮੇ ਵੱਡੇ, ਲੇਕਿਨ ਉੱਥੇ ਰਹੇ ਨਹੀਂ। ਜਦੋਂ ਮਹਾਰਾਜ ਚਲੇ ਗਏ, ਜਦੋਂ ਜੋਤੀ ਜੋਤ ਸਮਾ ਗਈ ਗੁਰੂ ਨਾਨਕ ਦੇਵ ਮਹਾਰਾਜ, ਫਿਰ ਉਹ ਪਿੰਡ ਛੋੜ ਕੇ ਖਡੂਰ ਆ ਗਏ। ਖਡੂਰ ਤੋਂ ਗੋਇੰਦਵਾਲ ਤੋਂ ਅੰਮ੍ਰਿਤਸਰ, ਤੇ ਅੰਮ੍ਰਿਤਸਰ ਤੋਂ ਫਿਰ ਛਰੱਠੇ ਗਏ ਐਜ਼ ਕਮਲ ਜੀ ਪੁਆਇੰਟਡ ਆਊਟ। ਫਿਰ ਉਹ ਕੱਥੂ ਨੰਗਲ ਨਹੀਂ ਗਏ ਦੁਬਾਰਾ, ਹਾਲਾਂਕਿ ਜਨਮ ਉਹਨਾਂ ਦਾ ਉੱਥੇ ਹੋਇਆ ਹੈ, ਬਚਪਨ ਉੱਥੇ ਬੀਤਿਆ ਉਹਨਾਂ ਦਾ, ਲੇਕਿਨ ਡੈਥ ਨਹੀਂ ਉੱਥੇ ਹੋਈ। ਤੇ ਮਨ ਕੀਤਾ ਉਹਨਾਂ ਦਾ ਕਿ ਜਦੋਂ ਇਹ ਹੁਕਮ ਹੋਇਆ ਤੇ ਹੁਕਮ ਸੁਣ ਕੇ ਤੇ ਸੋਚ ਲਓ ਕਿਤਨੇ ਸਾਲ ਸੇਵਾ ਕੀਤੀ ਉਹਨਾਂ ਨੇ। ਹਰਮੰਦਰ ਸਾਹਿਬ ਦੀ ਹੈਡ ਗ੍ਰੰਥੀ ਦੀ ਸੇਵਾ ਉਹਨਾਂ ਦੇ ਸੁਪੁਰਦ ਪਈ, ਤੇ ਇਹ ਸੇਵਾ ਕਰਨ ਤੋਂ ਬਾਅਦ ਜਦੋਂ ਬ੍ਰਿਧ ਅਵਸਥਾ ਵਿੱਚ ਜਦੋਂ ਫਿਰ ਚਲੇ ਗਏ ਆਪਣੇ ਪਿੰਡ, ਤੇ ਮਹਾਰਾਜ ਜਦੋਂ ਥੋੜੇ ਸਾਲਾਂ ਬਾਅਦ ਜਦੋਂ ਖਿਆਲ ਆਇਆ ਉਹਨਾਂ ਨੂੰ, ਬ੍ਰਹਮ ਗਿਆਨੀ ਸਨ, ਪਤਾ ਸੀ ਕਦੋਂ ਚਲੇ ਜਾਣਾ ਮੈਂ, ਤੇ ਪਤਾ ਲੱਗ ਗਿਆ ਕਿ ਅਸੀਂ ਸਰੀਰ ਤਿਆਗ ਦੇਣਾ ਹੈ, ਹੁਣ ਅਸੀਂ ਨਹੀਂ ਰਹਿਣਾ ਬਹੁਤ ਦੇਰ। ਤੇ ਸਨੇਹਾ ਭਜਵਾਇਆ ਅੰਮ੍ਰਿਤਸਰ ਸਾਹਿਬ ਸਿੱਖਾਂ ਦੇ ਥਰੂ, ਗੁਰੂ ਹਰਗੋਬਿੰਦ ਮਹਾਰਾਜ ਨੂੰ ਕਹੋ ਕਿ ਇਹ ਅੱਖਾਂ ਤੁਹਾਡੇ ਦਰਸ਼ਨਾਂ ਨੂੰ ਤਰਸਦੀਆਂ ਹਨ ਤੇ ਤੁਹਾਡੇ ਦਰਸ਼ਨ ਕਰਨੀਆਂ ਚਾਹੁੰਦੀਆਂ ਹਨ ਜਾਣ ਤੋਂ ਪਹਿਲੇ। ਉਹ ਵੀ ਕਥਾ ਬਹੁਤ ਸੋਹਣੀ ਲਿਖੀ ਹੈ ਸੂਰਜ ਪ੍ਰਕਾਸ਼ ਵਿੱਚ, ਕਦੀ ਟਾਈਮ ਮਿਲਿਆ ਤਾਂ ਸੁਣਾਵਾਂਗਾ ਤੁਹਾਨੂੰ ਕਦੀ। ਤੇ ਸਿੱਖ ਤੇ ਮਹਾਰਾਜ ਜਾਣ ਸਨ, ਕਹਿੰਦੇ ਹਨ ਸਿੱਖ ਜਦੋਂ ਪਹੁੰਚੇ ਸੁਨੇਹਾ ਲੈ ਕੇ, ਤੇ ਮਹਾਰਾਜ ਘੋੜੇ ਤੇ ਸਵਾਰ ਸਨ। ਪਤਾ ਸੀ ਕੌਣ ਕਿਹਨੂੰ ਸੁਨੇਹਾ ਆਇਆ ਹੈ, ਤੇ ਪਤਾ ਲੱਗ ਗਿਆ, ਕਹਿੰਦੇ ਨਹੀਂ ਸਾਨੂੰ ਪਤਾ ਲੱਗ ਗਿਆ, ਅਸੀਂ ਜਾਣਾ ਹੈ ਉਹਨਾਂ ਨੂੰ ਮਿਲਣ। ਸੂਰਜ ਪ੍ਰਕਾਸ਼ ਲਿਖਿਆ ਹੋਇਆ ਹੈ ਕਿ ਇਤਨੇ ਖੁਸ਼ ਹੋਏ ਬਾਬਾ ਬੁੱਢਾ ਜੀ, ਪਤਾ ਲੱਗਿਆ ਗੁਰੂ ਹਰਗੋਬਿੰਦ ਮੈਨੂੰ ਮਿਲਣ ਆਣਗੇ। ਅੰਤ ਸਮੇਂ ਮੇਰੀ ਮੁਲਾਕਾਤ ਉਹਨਾਂ ਨਾਲ ਸਰੀਰ ਤਿਆਗਣ ਤੋਂ ਪਹਿਲੇ ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ ਇੱਕ ਵਾਰੀ। ਤੇ ਉਹਨਾਂ ਵਾਸਤੇ ਇੱਕ ਬੜੀ ਅੱਛੀ ਸੇਜਾ ਤਿਆਰ ਕੀਤੀ, ਬੈੱਡ ਬੜਾ ਅੱਛਾ ਤਿਆਰ ਕੀਤਾ ਉਹਨਾਂ ਨੇ ਆਪਣੇ ਘਰ ਵਿੱਚ, ਥੱਲੇ ਤਲਾਈ ਲਗਾਈ ਆਪਣੇ ਵਾਸਤੇ। ਤੇ ਜਦੋਂ ਪਤਾ ਲੱਗਿਆ, ਜਦੋਂ ਸਿੱਖਾਂ ਨੇ ਆ ਕੇ ਕਿਹਾ ਕਿ ਗੁਰੂ ਜੀ ਪਿੰਡ ਆ ਗਏ ਹਨ, ਤੇ ਸੂਰਜ ਪ੍ਰਕਾਸ਼ ਬੜਾ ਲੰਬਾ ਬਹੁਤ ਪਿਆਰ ਨਾਲ ਕਵੀ ਸੰਤੋਖ ਸਿੰਘਰਾਂ ਨੇ, as you can see from the language, ਕਵੀ ਸੰਤੋਖ ਸਿੰਘਰਾਂ ਦੇ ਮਨ ਚ ਕਿਤਨਾ ਪਿਆਰ ਹੋਣਾ ਹੈ, ਜਿਤਨੀ ਗੁਰੂ ਕੀ ਵਡਿਆਈ ਹੋ, ਜਿਸ ਤਰ੍ਹਾਂ ਉਹਨਾਂ ਨੇ ਬ੍ਰਜ ਵਿੱਚ ਲਿਖੀ ਹੈ ਉਹਨਾਂ ਨੇ।
ਅੱਜਕੱਲ ਗੁਰਦੁਆਰਿਆਂ ਵਿੱਚ ਇਹਨਾਂ ਦੀ ਕਥਾ ਨਹੀਂ ਹੁੰਦੀ ਅਨਫੋਰਚੂਨੇਟਲੀ। ਰੀਜ਼ਨ ਉਹਦਾ ਇਹ ਵੱਡਾ ਹੈ ਕਿ we have all become very lazy now. Nobody wants to look up ਕਿੱਥੇ ਲਿਖੀਆਂ ਹੋਈਆਂ ਚੀਜ਼ਾਂ, nobody wants to pay attention, nobody wants to put in the effort, you know, and nobody wants to read the Braj, and nobody wants to make an effort to understand Braj. ਤੇ ਇਸ ਵਜ੍ਹਾ ਦੇ ਨਾਲ ਸੂਰਜ ਪ੍ਰਕਾਸ਼ ਦੀ ਕਥਾ ਘੱਟ ਹੋਣੀ ਸ਼ੁਰੂ ਹੋ ਗਈ ਹੈ ਗੁਰਦੁਆਰਿਆਂ ਵਿੱਚ। ਫਿਰ ਕਈਆਂ 'ਚ ਦਿਲ ਛੋਟੇ ਹੋ ਗਏ ਨੇ, ਕਈਆਂ ਦੇ ਬੜੇ ਜੀ, ਉਹ ਕਈ ਵਾਰੀ ਉਹ ਹਿੰਦੂਆਂ ਬਾਰੇ ਗੱਲ ਕਰ ਲੈਂਦੇ ਹਨ ਜੀ, ਕਈ ਵਾਰੀ ਕੋਈ ਹਿੰਦੂ ਗॉड ਨੂੰ ਇਨਵੋਕ ਕਰ ਲੈਂਦੇ ਹਨ। ਮੂਰਖ ਇਸ ਗੱਲ ਨੂੰ ਜਾਣਦੇ ਨਹੀਂ ਕਿ ਉਹ ਨਿਰਮਲੇ ਸਨ, ਤੇ ਨਿਰਮਲਿਆਂ ਦਾ ਇਤਿਹਾਸ ਨਾ ਪਤਾ ਹੋਣ ਕਾਰਨ ਨਿਰਮਲੇ ਕੌਣ ਹਨ ਔਰ ਉਹਨਾਂ ਦਾ ਪਿਛੋਕੜ ਕੀ ਹੈ, ਉਹਨਾਂ ਦਾ ਇਹ ਨਾ ਪਤਾ ਹੋਣ ਕਾਰਨ ਉਹਨਾਂ ਬਾਰੇ ਅਪਸ਼ੁਕਨ ਵੀ ਕਈ ਵਾਰੀ ਮੂੰਹੋਂ ਕੱਢ ਦਿੰਦੇ ਹਨ। ਗੱਲ ਨਾ ਪਤਾ ਹੋਣ ਕਾਰਨ, ਇਹ ਲੈਸ ਨੌਲੇਜੇਬਲ ਹੋਣ ਕਾਰਨ ਇਹ ਗੱਲਾਂ ਸਾਰੀਆਂ ਹੁੰਦੀਆਂ ਹਨ। ਸਾਰੀਆਂ ਬੜੇ ਪਿਆਰ ਨਾਲ ਉਹ ਕਥਾ ਸੁਣਾਈ ਹੈ। ਤੇ ਅੱਗੇ ਜਾ ਕੇ ਲਿਖਦੇ ਹਨ ਕਿ ਜਦੋਂ ਸੇਜ ਵਿੱਚ ਗਈ, ਜਦੋਂ ਤੇ ਮਹਾਰਾਜ ਆਏ, ਦਰਸ਼ਨ ਕੀਤੇ, ਮੱਥਾ ਟੇਕਿਆ ਉਹਨਾਂ ਨੂੰ ਬੜੇ ਪਿਆਰ ਨਾਲ ਤੇ ਬਿਠਾਇਆ ਪਲੰਗ ਤੇ, ਆਪ ਥੱਲੇ ਬੈਠਣ ਲੱਗੇ ਤੇ ਹੱਥ ਬਾਹ ਪਕੜ ਕੇ ਗੁਰੂ ਜੀ ਨੇ ਉਹਨਾਂ ਨੂੰ ਨਾਲ ਬਿਠਾਇਆ, ਗੱਲਾਂ ਕੀਤੀਆਂ, ਗੱਲਾਂ ਕਰਦੇ ਰਹੇ। ਤੇ ਰਾਤ ਜਦੋਂ ਹੋਈ ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਇਹ ਜਿਹੜੇ ਪਲੰਗ ਵਿਛਾਇਆ ਹੈ, ਸੇਜਾ ਵਿਛਾਈ ਹੈ, ਤੁਸੀਂ ਇਹਦੇ ਤੇ ਬੈਠੋ, ਤੁਸੀਂ ਇਹਦੇ ਤੇ ਸੋ, ਮੈਂ ਥੱਲੇ ਸੋਵਾਂਗਾ। ਗੁਰੂ ਮੰਨੇ ਨਹੀਂ ਇਸ ਗੱਲ ਨੂੰ ਤੇ ਥੱਲੇ ਲੇਟ ਗਏ ਉਹਨਾਂ ਨਾਲ। ਤੇ ਉੱਥੇ ਫਿਰ ਇੱਕ ਬਚਨ ਬਿਲਾਸ ਹੋਰ ਹੋਏ ਉੱਥੇ ਲਾਸਟ ਮੂਮੈਂਟ ਚ ਆ ਕੇ। ਜਿਹੜੇ ਸਭਾ ਜਿਹੜੀ ਬੈਠੀ ਸੀ ਨਾਲ, ਸੰਗਤ ਜਿਹੜੀ ਬੈਠੀ ਸੀ, ਉਹਨਾਂ ਨੇ ਵੀ ਸੁਣੀ ਉੱਥੇ। ਤੇ ਉਹਦੇ ਵਿੱਚ ਇੱਕ ਬੜੀ ਅਜੀਬ ਗੱਲ ਜਿਹੜੀ ਕਈ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਗੱਲ ਆਉਂਦੀ ਹੈ, ਆਪੇ ਗੁਰਚੇਲਾ। ਗੁਰੂ ਹਰਗੋਬਿੰਦ ਮਹਾਰਾਜ ਵਾਸਤੇ ਵੀ ਉਹੀ ਗੱਲ ਆਈ ਹੈ ਇੱਥੇ ਕਿ ਆਪੇ ਗੁਰਚੇਲਾ ਹੈ। ਉੱਥੇ ਬਿਲੀਵ ਕਰੋ ਨਾ ਕਰੋ, ਸੂਰਜ ਪ੍ਰਕਾਸ਼ ਲਿਖਿਆ ਹੋਇਆ ਹੈ ਕਿ ਗੁਰੂ ਹਰਗੋਬਿੰਦ ਮਹਾਰਾਜ ਨੇ ਹੱਥ ਜੋੜ ਕੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਤੁਸੀਂ ਮੈਨੂੰ ਉਪਦੇਸ਼ ਦਿਓ, ਤੁਸੀਂ ਮੈਨੂੰ ਨਾਮ ਪ੍ਰਾਪਤੀ ਦਾ, ਪ੍ਰਮਾਤਮਾ ਜੁੜਨ ਦਾ ਉਪਦੇਸ਼ ਦਿਓ। ਇਹ ਉਹਨੂੰ ਕਹਿ ਰਹੇ ਹਨ ਜਿਹੜੇ ਆਪ ਪ੍ਰਮਾਤਮ ਰੂਪ ਹਨ, ਜਿਹੜੇ ਆਪ ਗੁਰੂ ਹਨ। ਉਹਨਾਂ ਉਸ ਮਹਾਨ ਗੁਰੂ ਦੇ ਮੂੰਹੋਂ ਇਹ ਬਚਨ ਨਿਕਲੇ ਕਿ ਹੇ ਵੱਡੇ ਗਿਆਤਾ ਬ੍ਰਹਮ ਗਿਆਨੀ ਜੀ, ਹੇ ਬਾਬਾ ਬੁੱਢਾ ਜੀ, ਤੁਸੀਂ ਸੰਸਾਰ ਛੋੜਨ ਤੋਂ ਪਹਿਲੇ ਮੈਨੂੰ ਉਪਦੇਸ਼ ਦਿਓ, ਤੁਸੀਂ ਪ੍ਰਮਾਤਮਾ ਭਗਤੀ ਦਾ ਉਪਦੇਸ਼ ਮੈਨੂੰ ਦਿਓ ਤੁਸੀਂ। ਸੋ ਇਹ ਉਸ ਮਹਾਨ ਵੱਡੇ ਵਿਅਕਤੀ ਦੀ ਕਥਾ ਹੈ ਜਿਹਦੀਆਂ ਕਈਆਂ ਸੁਣੀਆਂ ਤੁਸੀਂ ਸੁਣਾਏ ਨਹੀਂ ਜਾ ਸਕਦੀਆਂ, ਬਿਕਾਜ਼ ਉਹ ਆਪ ਉਸ ਵੱਡੀ ਹਸਤੀ ਦੇ ਮਾਲਕ ਸਨ ਜਿਹੜੇ ਆਪ, ਔਰ ਇਹੋ ਜਿਹੀਆਂ ਉਹਨਾਂ ਦੇ ਇਤਨੇ ਪ੍ਰਸੰਗ ਹਨ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ। ਸੂਰਜ ਪ੍ਰਕਾਸ਼, ਮੈਂ ਤੇ ਖਾਲੀ 2-4 ਤੁਹਾਡੇ ਸਾਹਮਣੇ ਰੱਖੇ ਹਨ, ਖਾਲੀ ਸਾਰੇ ਕਾਫੀ ਪੜ੍ਹੇ ਹੋਏ ਮਾਂ ਹੁਣ ਕਈ ਵਾਰੀ ਨਹੀਂ ਯਾਦ ਰਹਿੰਦੀਆਂ ਗੱਲਾਂ। ਤੇ ਸੂਰਜ ਪ੍ਰਕਾਸ਼, ਥੈਂਕ ਗॉड, ਅਬਾਊਟ 20 years ago ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੜਾ ਇੱਕ ਹਿੰਮਤ ਕੀਤੀ ਉਹਨਾਂ ਨੇ ਕਿ ਇਹਦਾ ਤਤਕਰਾ ਯਾਨੀ ਕਿ ਇਹਦੀ ਇੰਡੈਕਸ ਬਣਾਈ ਹੈ ਉਹਨਾਂ ਨੇ। one can, I don't know, I have the index if anybody needs a copy or something, but it's probably out of print now, but you can look for it though. ਜਿਹੜੇ serious students ਹਨ ਸਿੱਖ ਹਿਸਟਰੀ ਦੇ, ਉਹ ਹੁਣ ਉਹਨਾਂ ਵਾਸਤੇ ਥੋੜਾ ਈਜ਼ੀ ਹੋ ਗਿਆ ਹੈ ਕਿਉਂਕਿ ਉਹਨਾਂ ਨੇ ਇੰਡੈਕਸ ਵਿੱਚ ਕਾਫੀ ਈਜ਼ੀ ਹੋ ਜਾਂਦਾ ਹੈ। ਸੋ if you look up something though, then for example if you look up under ਸੁਖਮਨੀ, ਤੇ ਸੁਖਮਨੀ ਦੇ ਥੱਲੇ ਜਿੱਥੇ ਸੂਰਜ ਪ੍ਰਕਾਸ਼ ਡਿਸਕਸ਼ਨ ਆਈ ਹੈ, ਉਹ ਰਾਸ ਤੇ ਚੈਪਟਰ ਦੇ ਨਾਂ ਤੇ ਅਧਿਆਇ ਦੇ ਚੈਪਟਰ ਦੇ ਨਾਂ ਉੱਥੇ ਲਿਖੇ ਹੋਏ ਹਨ। ਸੋ ਇਹ ਇੱਕ ਛੋਟੀ ਜੀ ਮੇਰੀ ਤਰਫੋਂ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਉਹਨਾਂ ਦੀ ਲਾਈਫ ਦੇ ਉੱਤੇ, ਤਾਂ ਕਿ ਸਾਧ ਦੀ ਅਸ਼ਟਪਦੀ ਜਦੋਂ ਪੜ੍ਹੋ, ਤੁਸੀਂ ਸਾਧ ਦੀ ਅਸ਼ਟਪਦੀ ਦਾ ਜਦੋਂ ਅਧਿਐਨ ਕਰੋ, ਜਦੋਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਪੜ੍ਹੋ, ਤੇ ਉਹਨਾਂ ਵੱਡੇ ਬ੍ਰਹਮ ਗਿਆਨੀਆਂ ਨੂੰ ਯਾਦ ਕਰੋ, ਉਹਨੇ ਵੱਡੇ ਸਾਧਾਂ ਨੂੰ ਯਾਦ ਕਰੋ ਜਿਨ੍ਹਾਂ ਨੇ ਸੱਚੀ ਇਹ ਕਮਾਈ ਕੀਤੀ ਹੈ, ਜਿਨ੍ਹਾਂ ਨੇ ਸਿਰਫ ਇਹ ਗੱਲਾਂ ਲਿਖੀਆਂ ਨਹੀਂ ਹੋਈਆਂ।
ਹਾਂਜੀ ਜਿਨ੍ਹਾਂ ਨੇ ਸਿਰਫ ਜਿਨ੍ਹਾਂ ਵਾਸਤੇ ਇਹ ਗੱਲਾਂ ਆਈਆਂ ਹਨ ਖਾਲੀ, ਜਿਨ੍ਹਾਂ ਨੇ ਕਮਾਈ, ਇਹ ਸੱਚੀ ਕਮਾਈ ਜਿਨ੍ਹਾਂ ਦੀ ਝੋਲੀ ਪਈ ਹੈ ਜਿਨ੍ਹਾਂ ਦੀ, ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਸਾਹਮਣੇ ਕਿ ਉਹਨਾਂ ਵੱਡਿਆਂ ਦੀ ਯਾਦ, ਉਹਨਾਂ ਬ੍ਰਹਮ ਗਿਆਨੀਆਂ ਦੀ, ਉਹਨਾਂ ਪ੍ਰਮਾਤਮਾ ਨੂੰ ਪਿਆਰ ਕਰਨ ਵਾਲਿਆਂ ਨੂੰ ਬਹੁਤ ਵੱਡਾ ਇੱਜ਼ਤ ਮਾਨ ਆਪਣੇ ਦਿਲ ਵਿੱਚ ਰੱਖੋ। ਚਾਹੇ ਉਹ ਸਕੇਲ ਆਫ 1 to 10 ਵਿੱਚ 10 ਵਰਗੇ ਹੋਵਣ ਜਿਹੜੇ ਬਾਬਾ ਬੁੱਢਾ ਜੀ ਵਰਗੇ ਹਨ, ਜਾਂ 11 ਵਰਗੇ ਹੋਵਣ, ਚਾਹੇ 3 or 4 ਵਰਗੇ ਹੋਵਣ, ਜਿਹੜੇ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ ਹਨ, ਉਹਨਾਂ ਦਾ ਇੱਜ਼ਤ ਰੁਤਬਾ ਬਹੁਤ ਵੱਡਾ ਹੈ ਦੁਨੀਆ ਵਿੱਚ। ਉਹ ਦੁਨੀਆ ਦੇ ਲੋਕਾਂ ਨੂੰ ਸਹੀ ਪਾਸੇ ਰਾਂਦੇ ਹਨ, ਸੇਵਾ ਵਾਲੇ ਪਾਸੇ ਤੋਰਦੇ ਹਨ, ਪ੍ਰਮਾਤਮਾ ਭਗਤੀ ਵਾਲੇ ਪਾਸੇ, ਕੀਰਤਨ ਵਾਲੇ ਪਾਸੇ ਤੋਰਦੇ ਹਨ। ਉਹਨਾਂ ਦਾ ਵੱਡਾ ਰੋਲ ਹੈ ਬੜਾ। So I'll stop here for a few minutes and see if anybody has any questions or something before we continue with something else. It's about 9:40 right now. It's about 20-25 minutes left. So I'll speak about something, some other topic I have in mind for 15 minutes or something, and then we'll probably end the class. And I'll wait to see if anybody has any questions. I have a comment, Virji. ਬਾਬਾ ਬੁੱਢਾ ਜੀ ਦੀ ਜੀਵਨੀ ਤੁਸੀਂ ਦੇਖੋ ਤੇ ਜਾਂ ਉਹਨਾਂ ਦੀ ਜੋ ਕਰਨੀ ਵਾਲੇ ਜਿਹੜੇ ਗੁਰਸਿੱਖ ਸਨ, ਮਤਲਬ ਉਹਨਾਂ 'ਚ क्षमता ਸੀ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6 ਪਾਤਸ਼ਾਹੀਆਂ ਦੀ ਸਥਾਪਨਾ ਮਤਲਬ ਕਿ ਹੋਈ ਹੈ ਵਾਰੀ ਤੇ ਇਸ ਵਾਰੀ ਵੀ ਮਤਲਬ ਕਿ ਉਹਨੇ ਇਹ ਸੋਚਿਆ ਕਿ ਜਿਹੜੀ ਗੁਰਿਆਈ ਹੈ ਗੁਰੂ ਬਾਬਾ ਬੁੱਢਾ ਜੀ ਨੂੰ ਦਿੱਤੀ ਜਾਏ, ਤੇ ਮਤਲਬ ਕਿ ਇੱਕ ਤਰ੍ਹਾਂ ਨਾਲ ਉਹਨਾਂ ਦੀ ਵਿਜ਼ਨ ਦੇ ਵਿੱਚ ਇਹ ਇੱਕ ਮਤਲਬ ਕਿ this is what I feel ਕਿ ਬਈ ਇੱਕ ਗੁਰਸਿੱਖ ਦੀ ਜਿਹੜੀ ਮਿਸਾਲ ਜਿਹੜੀ ਉਹਨਾਂ ਨੇ ਦਿਖਾਣੀ ਸੀ ਕਿ ਬਈ ਇਹ ਗੁਰਸਿੱਖੀ ਦੀ ਮਿਸਾਲ ਜਿਹੜੇ ਨੇ ਕਿ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸਿੱਖ ਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਹ ਇੱਕ ਮਤਲਬ ਕਿ ਸ਼ੋਅ ਕੀਤੀ rather than ਕਿ ਬਈ ਇੱਕ ਖਾਲੀ ਦੇ ਦਿੱਤੀ। ਇੱਕੋ ਹੀ ਸਿੱਖ ਹੋਇਆ ਸੀ ਜਿਹੜਾ ਅੰਗਦ ਬਣ ਸਕਿਆ, ਜਾਂ ਇੱਕੋ ਹੀ ਸਿੱਖ ਜਿਹੜਾ ਅਮਰਦਾਸ ਬਣ ਸਕਿਆ। ਬਿਲਕੁਲ ਠੀਕ ਹੈ। Is that yeah, 1,000,000% correct, 100,000% correct, 100,000. और एक let me add one more thing to what you just said. ਇੱਥੇ ਤੱਕ ਨਹੀਂ, ਜਿਨ੍ਹਾਂ ਪੈਰਾਂ ਤੇ ਮੱਥਾ ਗੁਰੂ ਹਰਗੋਬਿੰਦ ਚਾਹੁੰਦੇ ਹਨ ਟੇਕਣ ਵਾਸਤੇ, ਸੋਚ ਕੇ ਦੇਖੋ ਉਹ ਕਿਸੇ ਗੁਰੂ ਤੋਂ ਘੱਟ ਮਹਾਨਤਾ ਉਹਨਾਂ ਦੀ ਸੀ, ਉਹਨਾਂ ਦੀ ਗੁਰੂ ਘਰ 'ਚ। ਸੋ ਬਹੁਤ ਵੱਡੇ ਪ੍ਰਤਾਪੀ ਸਨ, ਬਹੁਤ ਵੱਡੇ। ਬਿਲਕੁਲ ਠੀਕ ਕਿਹਾ ਤੁਸੀਂ, ਉਹਨਾਂ ਨੇ ਐਗਜ਼ਾਮਪਲ ਦਿਖਾਣੀ ਸੀ ਗੁਰਸਿੱਖ ਦੀ। ਤੇ ਮੈਂ ਤੁਹਾਡੇ ਸਾਹਮਣੇ ਮੈਂ ਖਾਲੀ ਸਾਧ ਦੀ ਅਸ਼ਟਪਦੀ ਪੜ੍ਹਨੀ ਨਹੀਂ ਹੈ, ਖਾਲੀ ਇਹ ਸਾਧ ਦੀ ਅਸ਼ਟਪਦੀ ਖਾਲੀ ਇਹ ਕੋਈ ਹਾਈਪੋਥੈਟੀਕਲ ਪਰਸਨ ਨਹੀਂ ਹੈ, ਕੋਈ ਹੋਏ ਹੈ ਨਹੀਂ ਉਹ ਜੀ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਲਵੋ, ਹੁਣ ਲਵੋ, ਉਹ ਤੁਹਾਡੇ ਸਾਹਮਣੇ ਪ੍ਰਤੱਖ ਖੜੇ ਹਨ। ਉਹਨਾਂ ਦੀਆਂ ਰਾਈਟਿੰਗਸ ਪੜ੍ਹ ਕੇ ਗੁਰੂ ਨਾਨਕ ਚਮਤਕਾਰ ਪੜ੍ਹਦੇ ਪਏ ਆ, ਕਲਗੀ ਦਾ ਚਮਤਕਾਰ ਵੀ ਪੜ੍ਹਦੇ ਹਾਂ, ਗੁਰੂ ਨਾਨਕ ਚਮਤਕਾਰ। ਤੇ ਔਰ ਮੈਂ ਦੱਸਾਂ, ਇਸ ਤੋਂ ਵੀ ਵੱਡੀ ਮਰਨ ਤੋਂ ਪਹਿਲੇ ਸੰਥਿਆ ਜ਼ਰੂਰ ਪੜ੍ਹਿਓ। ਉਹ ਬਹੁਤ ਇੰਪੋਰਟੈਂਟ ਮੇਰੇ ਹਿਸਾਬ ਨਾਲ, ਉਹਨਾਂ ਦੀ ਸਪੈਸ਼ਲੀ ਜਿਹੜੀ ਸੰਥਿਆ ਵਿੱਚ ਜਿਹੜੇ ਜਪਜੀ ਸਾਹਿਬ ਬਾਰੇ ਜਿਹੜੀ ਡਿਸਕਸ਼ਨ ਜਿਹੜੀ ਆਈ ਹੈ, ਜਿਹੜੀ ਉਹ ਬਹੁਤ ਇੱਕ ਵੱਡੀ ਉਹਨਾਂ ਦੀ ਮਹਾਨ ਦੇਣ ਹੈ। ਜੇ ਇਤਨਾ ਟਾਈਮ ਨਹੀਂ ਹੈ ਤੁਹਾਨੂੰ ਪੜ੍ਹਨ ਦਾ, ਜੇ ਤੁਸੀਂ ਬਹੁਤ ਵਿਅਸਤ ਹੋ ਤੁਸੀਂ, ਤੇ ਘੱਟੋ ਘੱਟ ਮੂਲ ਮੰਤਰ ਦੀ ਵਿਆਖਿਆ ਜਿਹੜੀ ਭਾਈ ਸਾਹਿਬ ਨੇ ਕੀਤੀ ਹੈ ਜਪਜੀ ਸੰਥਿਆ ਵਿੱਚ, ਉਹ ਤੁਸੀਂ ਜ਼ਰੂਰ ਪੜ੍ਹੋ। ਉਹ ਬਹੁਤ ਇੰਪੋਰਟੈਂਟ ਹੈ ਪੜ੍ਹਨ ਵਾਲੀ। ਉਹ ਜਿਸ ਤਰ੍ਹਾਂ ਉਸ ਵੇਲੇ ਦੇ ਮਹਾਨ ਵੱਡੇ ਸਿੱਖ ਜਿਹੜੇ ਹਨ, ਉਹ ਹੈ ਦੇ ਕਰੰਟ ਟਾਈਮਸ ਵਿੱਚ ਬੜੇ ਹੋਏ ਹਨ, ਕੋਈ ਐਸੀ ਗੱਲ ਨਹੀਂ ਹੈ। ਉਹਨਾਂ ਦੀ ਲਿਖਤਾਂ ਤੋਂ ਪਤਾ ਲੱਗ ਜਾਂਦਾ ਹੈ। ਸੋ but anyway, I'll wait for any more questions people have. Surinder ji, I think you should also give an idea jad on the last day son jad Baba Buddha ji di death hui, sanskar vi Guru Hargobind Sahib ji ne aap ਕੀਤਾ। That's right. ਉਹਨਾਂ ਦੀ ਦਸਤਾਰ ਬੰਦੀ, ਉਹਨਾਂ ਦੇ ਬੇਟੇ ਨੂੰ ਜਿਹੜੀ ਦਸਤਾਰ ਜਿਹੜੀ ਬੰਦੀ ਜਿਹੜੀ ਕੀਤੀ ਹੈ, ਬਿਲਕੁਲ ਠੀਕ ਗੱਲ ਹੈ। ਉਹਨਾਂ ਦੇ ਬੇਟੇ ਦੀ ਦਸਤਾਰ ਬੰਦੀ ਜਿਹੜੀ ਹੈ ਉਹ ਆਪ ਉਹਨਾਂ ਨੇ ਆਪਣੀ ਹੱਥੀ ਕੀਤੀ ਹੈ, ਦਸਤਾਰ ਬੰਦੀ ਉਹਨਾਂ ਦੇ ਬੇਟੇ ਨੂੰ। ਹਾਂਜੀ ਬਿਲਕੁਲ ਠੀਕ ਹੈ ਗੱਲ, 100% true ਹੈ। And it is believed that Guru Hargobind Sahib ਦੇ ਅਥਰੂ ਨਿਕਲ ਆਏ ਸਨ when he passed away. And ਇੱਕੋ ਹੀ ਇਨਸੀਡੈਂਟ ਆਂਦਾ ਹੈ ਅਥਰੂ ਨਿਕਲਣ ਦਾ, ਜਿਹੜੇ ਕਹਿੰਦੇ ਹਨ ਗੁਰੂ ਮਹਾਰਾਜ ਦੇ ਆਪਣੇ
ਕਿਸੇ ਵੀ ਜਾਣ ਦੇ ਉੱਤੇ ਜਾਂ ਕਿਸੇ ਵੀ ਦੇ ਉੱਤੇ ਉਹਨਾਂ ਦੇ ਇਮੋਸ਼ਨ ਤੇ ਪੂਰਾ ਕਾਬੂ ਸੀ। ਸਿਰਫ ਇੱਕ ਇਨਸੀਡੈਂਟ ਹੈ, ਥੈਂਕ ਯੂ ਫॉर ਬ੍ਰਿੰਗਿੰਗ ਦੈਟ ਅਪ ਕਮਲ, ਜਿੱਥੇ ਸੂਰਯ ਪ੍ਰਕਾਸ਼ ਕਥਨ ਆਏ ਹਨ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਅੱਖਾਂ 'ਚ ਰੁਕ ਨਹੀਂ ਸਕੀਆਂ ਉਹਨਾਂ ਦੀਆਂ ਅੱਖਾਂ ਜਦੋਂ ਗਏ ਹਨ ਤੋਂ। ਪਰ ਇਹੋ ਜਿਹੇ ਵੱਡੇ ਬੰਦੇ ਜਾਂਦੇ ਨਹੀਂ ਹਨ ਕਿਧਰੇ, ਇਹ ਸਾਡਾ ਭੁਲੇਖਾ ਹੈ। ਉਹ ਮੇਰੇ ਵਰਗੇ ਜਾਂਦੇ ਹਨ ਜਿਨ੍ਹਾਂ ਦੀ ਕੋਈ ਵਕਤ ਨਹੀਂ, ਜਿਨ੍ਹਾਂ ਦੀ ਇਹ ਜਿਹੜੇ ਇਹੋ ਜਿਹੇ ਬੰਦੇ ਕਿਤੇ ਜਾਂਦੇ ਨਹੀਂ ਹਨ। ਹੁਣ ਤੱਕ ਯਾਦ ਹਨ ਸਭ ਨੂੰ, ਹੁਣ ਤੱਕ ਉਹਨਾਂ ਦੀਆਂ ਕਥਾਵਾਂ ਪੜ੍ਹਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ ਹੁਣ ਤੱਕ। ਸੋ ਇਹ ਵੱਡਿਆਂ ਦੀਆਂ ਵੱਡੀਆਂ ਸੀਸਾਂ ਹਨ ਉਹਨਾਂ ਦੇ ਨਾਲ, ਉਸ ਗੁਰੂ ਘਰ ਨਾਲ ਜੁੜੀਆਂ ਹੋਈਆਂ, ਜਿਹੜੀਆਂ ਕਿ ਉਸ ਇਤਨੀ ਵੱਡੀ ਵਡਿਆਈ ਉਹਨਾਂ ਨੂੰ ਮਿਲੀ ਔਰ ਉੱਥੇ ਤੱਕ ਰਹੇ ਤੇ ਅੱਗੇ ਜਾ ਕੇ ਵੀ। ਔਰ ਇਹ ਮੈਂ ਦੱਸਾਂ ਕਿ ਤਿਲਕ ਲਗਾਇਆ ਹਰ ਗੁਰੂ ਨੂੰ ਉਹਨਾਂ ਨੇ ਗੁਰਿਆਈ ਦਾ, ਤੇ ਉਹਨਾਂ ਦੀ ਅੰਸ਼ ਵਿੱਚੋਂ ਫਿਰ ਅੱਗੇ ਤਿਲਕ ਦੀ ਪ੍ਰਥਾ ਵੀ ਜਾਰੀ ਰਹੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਿਲਕ ਵੀ ਇਹਨਾਂ ਦੇ ਅੰਸ਼ ਵਿੱਚੋਂ ਲੱਗਿਆ ਹੈ। ਰਾਮ ਕੁਏਰ ਸਿੰਘ ਜੀ, ਉਹਨਾਂ ਦੀ ਕਥਾ ਵੀ ਕਦੀ ਸੁਣਾਵਾਂਗੇ। ਬਹੁਤ ਵੱਡੇ ਮਹਾਨ ਬ੍ਰਹਮ ਗਿਆਨੀ ਹੋਏ ਹਨ, ਉਹਨਾਂ ਦੇ ਅੰਸ਼ ਵਿੱਚੋਂ, ਚੌਥੀ ਅੰਸ਼ ਵਿੱਚੋਂ ਹੋਏ ਹਨ ਉਹਨਾਂ ਦੀ। ਸੋ ਇਹ ਸਾਧ ਕੇ ਸਭ ਕੁਲ ਉਧਾਰੇ ਵਰਡ ਆਏ ਹਨ ਸੁਖਮਨੀ ਵਿੱਚ, ਆਏ ਹਨ ਵਰਡ। ਸਾਧ ਕੇ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ ਵੀ ਵਰਡ ਆਏ ਹਨ ਸੁਖਮਨੀ ਵਿੱਚ। ਤੇ ਇਹ ਗੱਲਾਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ, ਇਹ ਕੋਈ ਥਿਓਰੀਟੀਕਲ ਗੱਲ ਨਹੀਂ ਲਿਖੀ ਹੋਈ, ਇਹ ਹੈ ਗੱਲ, ਇਹ ਨਿਸ਼ਚਿਤ ਹੈ, ਹੁੰਦੀਆਂ ਹਨ ਗੱਲਾਂ। ਤੇ ਰਾਮ ਕੁਏਰ ਸਿੰਘ ਬਾਰੇ ਵੀ ਮੈਂ ਇੱਕ ਦਿਨ I will take out an hour session on him and talk about him। ਉਹਨਾਂ ਦੀ ਵਡਿਆਈ ਜਿੱਥੇ ਜਦੋਂ ਲੈ ਕੇ ਆਏ, ਜਦੋਂ ਇੱਕ ਵਾਰੀ ਮਾਤਾ ਗੁਜਰੀ ਕੋਲੋਂ ਉਹਨਾਂ ਦੀ ਲੰਗਰ ਛਕਾਉਣ ਵਾਸਤੇ, ਜਦੋਂ ਉਹਨਾਂ ਨੇ ਬ੍ਰਹਮ ਗਿਆਨੀ ਵਾਲੀ ਅਸ਼ਪਦੀ ਦੇ ਬ੍ਰਹਮ ਗਿਆਨੀ ਦੇ ਵਾਲੇ ਦੇ ਦਰਸ਼ਨ ਕਰਨੇ ਚਾਹੇ ਜਦੋਂ, ਸੋ ਇਹ ਉਸ ਵੱਡੀ ਬਟ any more questions? Any questions? I'll wait for another few seconds. Hanji Vijay, you have a question. Thank you, Ji. Thank you for opening a window in our minds about Baba Buddha Ji, and this is amazing because not knowing these Brahmgyanis and knowing their examples and how they practice Sikhi is actually, I think, and I am very much part of the जिन्हों ने नहीं पढ़िया या नहीं किया, so एक गुस्ताखी है, एक गुनाह है actually almost। And thank you for ਤੁਸੀਂ muted ਹੋ ਗਿਆ ਵੀਰ ਜੀ, ਤੁਸੀਂ muted ਹੋ ਗਿਆ, ਮੈਂ ਆਵਾਜ਼ ਨਹੀਂ ਆ ਰਹੀ ਤੁਹਾਡੀ। Sorry, and bringing us to him and मैं सोचता ਤੁਸੀਂ ਹੁਣ ਗੱਲ ਕਹੀ कि we've stopped talking and doing katha about these very important people। ਉਹਦੇ ਨਾਲ ਇਹ ਥੋੜਾ ਜਿਹਾ ਇਹ ਵੀ ਹੈ ਕਿ ਸਾਡੀ ਜਿਹੜੀ ਸਿੱਖੀ ਨੂੰ ਅਸੀਂ ਸੀਮਿਤ ਕਰਦੇ ਜਾ ਰਹੇ ਹਾਂ, ਹੌਲੀ ਕਰਕੇ we are reducing the ambit of Sikhi, and it's almost like a casteism that we've introduced into Sikhi, because when we take out these important figures who may not represent the what maybe the prevailing political powers that be, so then it almost like they disappear. Yes. And then it seems like Sikhi is only to do with who has a particular color of the turban or a particular length of the dadi or whatever, etc. You couldn't have put it better, Virji. You could not have put it better. In fact, ਇਹ ਸਾਰੀਆਂ ਗੱਲਾਂ ਸਾਡੀ insecurity ਤੋਂ ਪੈਦਾ ਹੁੰਦੀਆਂ ਨੇ, ਔਰ ਇਨਸਿਕਿਉਰਿਟੀ ਇਤਨੀ ਜ਼ਬਰਦਸਤ ਹੈ ਕਿ ਅੱਜ ਕੱਲ ਮੇਰੇ ਬੱਚੇ ਨਾਲ ਕਈ ਵਾਰੀ ਬਹਿਸ ਹੋ ਜਾਂਦੀ ਹੈ ਇਹਦੇ ਉੱਤੇ ਕਿ ਅਗਰ ਕਿਸੇ ਸਿੱਖ ਦਾ ਰੂਪ ਉਹ ਦੇਖਣ ਨਾ, ਜਿਸ ਤਰ੍ਹਾਂ ਵੀਰ ਜੀ ਨੇ ਡਿਸਕ੍ਰਾਈਬ ਕੀਤਾ ਜਿਹੜਾ ਹੁਣੇ, ਤੇ ਕਹਿੰਦੇ ਕਿ ਸਿੱਖ ਹੀ ਨਹੀਂ ਹੈ। ਸੋ ਉਹਨਾਂ ਦੇ ਹਿਸਾਬ ਨਾਲ ਬਾਬਾ ਸ਼੍ਰੀ ਚੰਦ ਸਿੱਖ ਨਹੀਂ ਸਨ। I mean, I've heard those comments also, ਕਿਉਂ ਜੀ ਉਹ ਯੋਗੀਆਂ ਤਰ੍ਹਾਂ ਲੱਗਦੇ ਹਨ, ਦਸਤਾਰ ਨਹੀਂ ਹੈ, ਕੇਸ ਪੂਰੇ ਹਨ,
ਹਾਂਜੀ ਤੇ ਇਹਨਾਂ ਨੇ ਫਿਰ ਭਾਈ ਕਨਈਆ ਦੇ ਦਰਸ਼ਨ ਸ਼ਾਇਦ ਨਾ ਕੀਤੇ ਹੋਣ ਸੇਵਾ ਪੰਥੀਆਂ ਦੇ। ਜੇ ਭਾਈ ਕਨਈਆ ਦੀ ਫੋਟੋ ਜਾਂ ਕੋਈ ਦਰਸ਼ਨ ਕੀਤੇ ਹੋਣ ਸ਼ਾਇਦ ਕਹਿਣੀ ਸਿੱਖੀ ਨਹੀਂ ਹੈ ਸ਼ਾਇਦ ਭਾਈ ਕਨਈਆ ਤੇ ਨਿਰਮਲਿਆਂ ਬਾਰੇ ਇਹਨਾਂ ਨੂੰ ਪਤਾ ਨਹੀਂ। ਸਾਨੂੰ ਬਹੁਤ ਸੀਮਿਤ ਕਰ ਲਿੱਤਾ ਹੈ ਅਸੀਂ ਆਪਣੇ ਆਪ ਨੂੰ ਔਰ ਬਹੁਤ ਇਨਸਿਕਿਉਰਡ ਹਾਂ। ਜਰਾ ਜੀ ਕਿਸੇ ਕੋਈ ਹਿੰਦੂ ਗॉड ਦੀ ਜਾਂ ਕੋਈ ਹਿੰਦੂ ਕਨਸੈਪਟ ਜਾਂ ਕੋਈ ਮੁਸਲਮਾਨੀ ਕਨਸੈਪਟ ਨੂੰ ਇੰਟਰੋਡਿਊਸ ਕਰ ਦਿਓ ਕਲਾਸ ਵਿੱਚ ਤੇ I get long emails, I get like I don't care what I get and मैं किसी कोई पैसे वास्ते नहीं करता कोई अपनी कोई I don't need any money from anybody. God has given me enough. So I'm not afraid of anybody to say what I feel is right. But I'm just giving an example कि बहुत तंग दिल हाँ सी लोग हों, बहुत ज़्यादा तंग दिल। दसम बाणी दी नु क्वेश्चन कर लेंदे लोग, गुरु की बाणी नु क्वेश्चन कर लेंदे हैं, सोचते नहीं ध्यान नाल। ये वर्कशॉप चलदियां पईयां ते मेरी ये 2-4 दिन पहले गल करदी पई सी मैं कुलतार जी नाल मेरी गल हुई ते कहण लगे एक रीत चूज कीती इस वारी राग प्रभाती तो विभास तो कहण लगे वीर जी ये रीत बहुत पुरातन है, पिता जी क्या करदे सन सवैया विचों रीत है कोई 300-400 साल पुरानी रीत होनी है। तो मैं सोचा मैं मन च मेरी गल आई मैं क्या देखो जे इतनी पुरानी रीत असी सीखनी है उन्हें अगले 3 हफ्ते सीखनी है असी रीत ते 400 साल पहले ब्रह्मज्ञानी गांधे सन ते हुण आए सियाणे कहण वाले भी ये पार्ट है ये पार्ट नहीं है। उस वेले लोग सियाणे नहीं होने आई गैस ये हुण ज्यादा लोग सियाणे हो गए हैं, हुण ज्यादा लोगों को पता है। शायद उस वेले बाबा बुड्ढा जी वर्गे भाई गुरदास वर्गे भाई देसा जी वर्गे हैं जी कवि संतोख सिंह वरागे है ना ए शायद ज्ञानी ज्ञान सिंह वर्गे भाई साहब भाई वीर सिंह वर्गे भाई ए शायद ਇਹੋ ਜਿਹੇ ਬੰਦੇ शायद ना जानू होण इन्हां गल्लां तो शायद ये ज्यादा घट सियाणे होण ਤੁਹਾਡੇ ਤੋਂ ਤੁਸੀਂ ज्यादा सियाणे हो गए हो मे बी ਉਹ ਤੁਹਾਡੇ ਤੋਂ ਤੁਸੀਂ ज्यादा सियाणे मैं ही ਕਹਾਂਗਾ ना ਹੁਣ ਗੱਲ। सो इन्हां गल्लां ਤੋਂ पंथ और ए important है because and it all happens it's our fault. Its reason it's our fault is because we're not knowledgeable. So when somebody tells you something and they give you one thing, since you have not read anything, you don't know much, so oh फिर ठीक है फिर जो कहंदे नो ठीक है। पर अगला बंदा सियाणा होवे, अगला बंदा दृढ़ होवे, अगले बंदे नु नॉलेज होवे फिर तुहानू कह के देखे कोई। मैं तुहानू छोटी जी एग्जांपल दसा मैनू आज कोई 3 साल पुरानी गल है मैं पता नहीं किस गल याद आ गई मैनू ये मेरी क्लास विच 2 लेडीज आईयां 2.5-3 साल पुरानी गल होनी है एकदम सूट पाया होया सारा एंड एवरीथिंग ते बिल्कुल जिसा सिख औरतां होंदियां ना आके क्लास आ गईयां सारियां बैठ गईयां मैं भी बैठ गया नाल ते सारी क्लास खत्म हुई कुछ किया ना मैनू उन्होंने पर मैनू लग्या कि मैं कदी पहले देखा नहीं इन्हां नू कौन है। क्लास खत्म हुई तो क्लास खत्म होने तो बाद जनरली पीपल कम टू मी एंड आस्क मी क्वेश्चन इट्स वेरी कॉमन। So sometimes there is a line of 6 people waiting to talk to me. एक बंदा खत्म होंदा then second one comes तो तीसरे ते सान तो 2 बंदियां नाल गल कोई ओ आईयां मेरे कोल कहण लगियां कि ਅਸੀਂ इस तरह गुरबाणी दी गल किसी को सुनी नहीं है ਅਸੀਂ बहुत खुश होईयां हां पर वीर जी तुसी जितनी मेहनत करदे पे हो ना ਤੁਹਾਡੀ मेहनत दा फल ਤੁਹਾਨੂੰ मिलना नहीं ਤੁਹਾਨੂੰ फल ਤੁਹਾਡੀ भक्ति दा फल ਤੁਹਾਨੂੰ मिलना नहीं ਤੁਹਾਨੂੰ ਤੁਸੀਂ ਇਹ मेहनत ਤੁਹਾਡੀ सारी बेकार जाएगी ਤੁਹਾਡੀ। मैं कि ਉਹ क्यों ਇਹ ਕਿਹੜੀ ਭੁੱਲ ਹੋ ਗਈ ਮੇਰੇ ਕੋਲੋਂ ਇਹ ਕੀ ਕਹਿ ਰਹੀ ਹੋ ਤੁਸੀਂ ਕਿ ਕਿੱਥੇ ਮੈਂ ਗਲਤੀ ਕੀਤੀ ਹੈ। ਕਹਿਣ ਲੱਗਿਆ ਕਿ ਤੁਸੀਂ ਜੀਸਸ ਕ੍ਰਾਈਸਟ ਨੂੰ ਨਹੀਂ ਮੰਨਦੇ ਉਹ ਕ੍ਰਿਸਚੀਅਨ ਸਨ ਦੋਨੋਂ ਤੇ ਤੁਸੀਂ ਜੇ ਕ੍ਰਾਈਸਟ ਨੂੰ ਨਾ ਮੰਨਿਆ ਅਗਰ ਤੇ ਤੁਹਾਡੀ ਸਾਰੀ ਮਿਹਨਤ ਬੇਕਾਰ ਹੈ ਸਾਰੀ। ਤੇ ਮੈਂ ਕਿਹਾ ਉਹ ਕਿੰਜ ਕਹਿੰਦੇ ਜੇ ਉਹਨਾਂ ਨੂੰ ਮੰਨਣਾ ਜ਼ਰੂਰੀ ਹੈ। ਮੈਂ ਕਿਹਾ ਤੇ ਮੈਂ ਜਿਹੜਾ ਮੰਨਦਾ ਹੋਵੇ ਜੀਸਸ ਕ੍ਰਾਈਸਟ ਦੇ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਨੂੰ ਮੰਨਦਾ ਹੋਵੇ ਫਿਰ ਕਹਿੰਦੇ ਨਹੀਂ ਫਿਰ ਵੀ ਜਿਹੜਾ ਵਿਚੋਲਾ ਜਿਹੜਾ ਹੈ ਜਿਹੜੇ ਵਿਚੋਲੇ 'ਚ ਜਿਹੜਾ ਵਿਸ਼ਵਾਸ ਨਾ ਹੋਵੇ ਉਹਦਾ ਕੁਝ ਨਹੀਂ ਹੋ ਸਕਦਾ। ਤੇ ਮੈਂ ਕਿਹਾ ਫਿਰ ਇਹ ਤੁਹਾਡੇ ਖਿਆਲਾਤ ਆਪਣੇ ਹਨ ਮੇਰੇ ਖਿਆਲਾਤ ਮੇਰੇ ਗੁਰੂ ਦੇ ਹਨ ਤੁਹਾਨੂੰ ਆਪਣੇ ਮੁਬਾਰਕ ਹੈ ਮੈਨੂੰ ਆਪਣੀ ਮੁਬਾਰਕ ਹੈ। ਤੇ ਮੈਨੂੰ ਕਹਿਣ ਲੱਗੀਆਂ ਕਿ ਦੇਖੋ ਉਹਨਾਂ ਨੇ ਸਾਰੀਆਂ ਭਗਤਾਂ ਦੀਆਂ ਬਾਣੀਆਂ ਲਿੱਤੀਆਂ ਤੇ ਬਾਈਬਲ 'ਚ ਕੁਝ ਨਹੀਂ ਲਿੱਤਾ ਉਹਨਾਂ ਨੇ। ਮੈਂ ਕਿਹਾ ਬਾਈਬਲ 'ਚ ਇਸ ਵਾਸਤੇ ਕੁਝ ਨਹੀਂ ਲਿੱਤਾ ਕਿ ਉਸ ਵੇਲੇ ਕ੍ਰਿਸਚੀਅਨ ਨਹੀਂ ਸਨ ਉੱਥੇ ਉਸ ਵੇਲੇ ਜਿਹੜੇ ਆਮ ਜਿਹੜੇ ਬੰਦੇ ਸਨ ਉੱਥੇ ਉਹਨਾਂ ਦੀਆਂ ਕਿਰਤਾਂ ਵਿੱਚ ਉਹਨਾਂ ਨੇ ਲਿੱਤਾ ਉਹਨਾਂ ਨੇ ਸਾਰਾ ਕੁਝ। ਤੇ ਮੈਂ ਕਿਹਾ ਮੈਂ ਤੁਹਾਡੇ ਕੋਲ ਪੁੱਛਦਾ ਹੁਣ ਇੱਕ ਗੱਲ ਤੁਸੀਂ ਤੇ ਪੜ੍ਹੇ ਲਿਖੀਆਂ ਹੁਣ ਦੋਨੋਂ
ਤੇ ਮੈਂ ਕਿਹਾ ਮੈਂ ਉਹ ਹੈਰਾਨ ਹੋ ਗਿਆ। ਮੈਂ ਕਿਹਾ ਮੈਂ ਓਲਡ ਟੈਸਟਾਮੈਂਟ ਵੀ ਪੜ੍ਹੀ ਹੋਈ ਹੈ ਤੇ ਨਿਊ ਟੈਸਟਾਮੈਂਟ ਵੀ ਪੜ੍ਹੀ ਹੋਈ ਹੈ। ਮੈਂ ਕਾਫੀ ਹੱਦ ਤੱਕ ਯਹੂਦੀਆਂ ਦੇ ਜਿਹੜੇ ਗ੍ਰੰਥ ਜਿਹੜੇ ਹਨ ਉਹ ਵੀ ਪੜ੍ਹੇ ਹੋਏ ਹਨ, ਕਾਫੀ, ਸਾਰੇ ਤੇ ਨਹੀਂ ਪੜ੍ਹੇ ਹੋਏ, ਕਾਫੀ ਹੈ ਨੌਲੇਜ, ਐਸੀ ਗੱਲ ਨਹੀਂ। ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਦੋਂ ਜੀਸਸ ਨੇ ਲਿਖੀ, ਜਦੋਂ ਬਾਈਬਲ ਜਦੋਂ ਉਚਾਰੀ ਗਈ ਆ ਵਟਐਵਰ, ਤੇ ਉਹ ਆਪਣੇ ਮੁਰਸ਼ਿਦਾਂ ਦੀ, ਆਪਣੇ ਵੱਡੇ ਗੁਰੂਆਂ ਦੀ, ਮੋਜ਼ਸ ਦੀ ਕੋਈ 2 ਗੱਲਾਂ ਹੀ ਕਹਿ ਦਿੰਦੇ ਨਾਲ, ਇਬਰਾਹਿਮ ਦੀਆਂ 2 ਗੱਲਾਂ ਹੀ ਨਾਲ ਕਰ ਲੈਂਦੇ। ਉਹ ਤੇ ਜੂਇਸ਼ ਘਰਾਣੇ 'ਚ ਪੈਦਾ ਹੋਏ ਹਨ, ਗੁਰੂ ਨਾਨਕ ਹਿੰਦੂ ਘਰਾਣੇ 'ਚ ਪੈਦਾ ਹੋਏ ਹਨ, ਤੇ ਉਹਨਾਂ ਨੇ ਕਦੀ ਹਿੰਦੂਆਂ ਨੂੰ ਕਦੀ ਕ੍ਰਿਟਿਸਾਈਜ਼ ਤੇ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਗੱਲਾਂ ਪ੍ਰੇਮਾ ਭਗਤੀ ਕਰੋ, ਉਹ ਤੇ ਸਿੱਖਾਂ ਨੂੰ ਵੀ ਕਹਿੰਦੇ, ਇਹੀ ਗੱਲ ਕਹਿੰਦੇ। ਤੇ ਮੈਂ ਕਿਹਾ ਤੁਸੀਂ ਵੀ ਨਹੀਂ, ਤੁਹਾਡੇ ਗੁਰੂ ਨੇ ਤੇ ਕੁਝ ਨਹੀਂ ਸ਼ਾਮਿਲ ਕੀਤਾ ਉਹਨਾਂ ਨੇ, ਤੁਸੀਂ ਮੈਨੂੰ ਇੰਨੀਆਂ ਉਪਦੇਸ਼ ਦੇਣ ਆਈਆਂ ਹੋ। ਲੇਕਿਨ ਫਿਰ ਬੜੀ ਕਾਫੀ ਲੰਬੀ ਗੱਲ ਸ਼ੁਰੂ ਹੋ ਗਈ ਤੇ ਉਹ ਵਿਚਾਰੀਆਂ ਫਿਰ ਕਹਿੰਦੀਆਂ ਫਿਰ ਇਹ ਤੇ ਮੈਂ ਇਸ ਗੱਲ ਪਰ ਇਹ ਅਸੀਂ ਆਪਣੇ ਪਾਦਰੀ ਕੋਲ ਜਾ ਕੇ ਪੁੱਛਾਂਗੀਆਂ ਅਗਲੇ ਹਫਤੇ ਜਾ ਕੇ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਹ ਜੇ ਇਹੋ ਜਿਹੀ ਗੱਲ ਕਿਸੇ ਆਮ ਸਿੱਖ ਨੂੰ ਕਰਦੀਆਂ ਹੋ, ਜਿਨ੍ਹਾਂ ਨੂੰ ਨਹੀਂ ਜਵਾਬ ਦੇਣਾ ਆਉਂਦਾ, ਅਗਲਾ ਤੇ ਮੁਤਾਸਿਰ ਹੋ ਕੇ ਕਹਿੰਦਾ ਯਾਰ ਯੂ ਆਰ ਰਾਈਟ, ਓ ਯਾਰ that makes sense to me। ਕਈ ਹੈ ਨਹੀਂ ਉਹ ਜੇ ਸਾਡੇ 'ਚ। ਸੋ ਇਹ ਗੱਲ ਬਹੁਤ ਕ੍ਰਿਟੀਕਲ ਹੈ ਕਿ ਤੁਸੀਂ ਆਪ ਸੁਰਿੰਦਰ ਦੀ ਵੇਟ ਨਹੀਂ ਕਰਨੀ ਕਿ ਸੰਡੇ ਕਲਾਸ ਹੋਏਗੀ ਤੇ ਮੈਂ ਉਹ ਸੁਣਾਣਗੇ ਤੇ ਮੈਂ ਸੁਣਾਂਗੀ। ਤੁਸੀਂ ਆਪ ਮਿਹਨਤ ਕਰਨੀ ਹੈ, ਆਪ ਸੁਣਨਾ ਹੈ, ਆਪ ਕਰਨਾ ਹੈ ਸਾਰਾ ਕੁਝ। ਸੋ ਇਹ ਗੱਲ ਬਹੁਤ ਇੰਪੋਰਟੈਂਟ ਹੈ। ਜਿਤਨਾ ਘੱਟ ਨੌਲੇਜੇਬਲ ਹੋਵੋਗੇ ਉਤਨਾ ਲੋਕ ਜ਼ਿਆਦਾ ਫਾਇਦਾ ਉਠਾਣਗੇ ਤੁਹਾਡਾ। ਆਪ ਪ੍ਰਤੱਖ ਹੋਵੋ, ਆਪ ਪ੍ਰਪੱਖ ਹੋਵੋ ਬਾਣੀ ਵਿੱਚ, ਬਾਣੀ ਪੜ੍ਹ ਕੇ ਸਮਝ ਕੇ ਸੁਣੋ, ਔਰ ਆਪ ਵਿਸ਼ਵਾਸ, ਦ੍ਰਿੜ ਵਿਸ਼ਵਾਸ ਹੋਵੇ ਆਪਣੀ ਗੁਰੂ ਦੀ ਬਾਣੀ ਵਿੱਚ, ਤਾਂ ਕਿ ਬਾਹਰ ਲਾ ਕੇ ਕੋਈ ਤੁਹਾਨੂੰ ਇਹੋ ਜਿਹੀ ਗੱਲ ਨਾ ਕਰ ਸਕੇ। ਸੋ what is the time right now is 9:56। ਮੈਂ ਇੱਕ 10 ਮਿੰਟ ਦੀ ਹੋਰ ਇੱਕ ਗੱਲ ਮੈਂ ਕਰਨੀ ਹੈ। Vijay, I just wanted to mention something since you brought up Christianity। मैं Christian Medical College ਦੀ ਪੜ੍ਹੀ ਹੋਈ ਹਾਂ ਹਾਂਜੀ, ਲੁਧਿਆਣੇ ਵਿੱਚ, ਤੇ ਪੰਜਾਬ ਵਿੱਚ ਤੇ ਬਹੁਤ ਜ਼ਿਆਦਾ ਹੈ ਇਸ ਚੀਜ਼ ਦਾ ਐਡਵਾਂਟੇਜ ਕਿ ਜਿਹੜੇ ਸਿੱਖ ਬੱਚੇ ਹੈਗੇ ਨੇ, ਸਿੱਖ ਯੂਥ ਹੈਗੇ ਨੇ, ਉਹਨਾਂ ਦਾ ਕਨਵਰਜਨ, ਤੇ one thing they use is that गुरु गोविंद सिंह जी ने आप क्या है कि जो हमको परमेश्वर उचरे ते सब नरक कुंड में पड़े हैं, ਇਹ सब excuses लेके वो ਤੁਹਾਨੂੰ convince कर दें कि भी Jesus is the one he was talking about and stuff like that। So there is a big movement to convert, especially in Punjab। ਇੱਥੇ ਵੀ ਹੈ ਦੀਦੀ। ਮੈਂ ਤੇ ਹੈਰਾਨ ਰਹਿ ਗਿਆ ਕਿ ਇਤਨੀਆਂ ਗੁਰੂ ਬਾਰੇ ਅਪਸ਼ਗਨ ਕਹਿ ਕੇ ਤੇ after like half an hour I saw them having so much ਲੰਗਰ in the ਗੁਰਦੁਆਰਾ। ਮੈਂ ਕਿਹਾ ਦੇਖੋ ਇੱਥੇ ਬੈਠੀਆਂ ਲੰਗਰ ਖਾਂਦੇ ਪਏ ਤੇ ਗੁਰੂ ਬਾਰੇ ਅਪਸ਼ਗਨ ਬਚਨ ਮੇਰੇ ਨਾਲ ਕਹੇ ਇਹਨਾਂ ਦੇ। Ritu got a little upset when he saw that, but ਹੈਨ ਇਹ ਕਰਦੀਆਂ ਇਹ ਕਿਉਂਕਿ ਅਸੀਂ ਆਪ ਜਾਣੂ ਨਾ ਹੋਣ ਕਾਰਨ ਸ਼ੀਨਾ ਦੀਦੀ ਸਾਰੀਆਂ ਗੱਲਾਂ ਉੱਥੋਂ ਪੈਦਾ ਹੁੰਦੀਆਂ ਜਦੋਂ ਆਪ ਨੌਲੇਜੇਬਲ ਬੰਦਾ ਨਹੀਂ ਹੋਵੇ। ਜੇ ਆਪ ਨੌਲੇਜੇਬਲ ਹੋਵੇ, ਆਪ ਪੜ੍ਹਿਆ ਹੋਵੇ, ਆਪ ਕੀਤਾ ਹੋਵੇ, ਆਪ ਦਸਮ ਬਾਣੀ ਪੜ੍ਹੀ ਹੋਵੇ, ਸੁਣੀ ਸੁਣਾਈ ਗੱਲ ਨਾ ਹੋਵੇ, ਆਪ ਗ੍ਰੰਥ ਖੋਲਿਆ ਹੋਵੇ। ਪੰਡਿਤ ਨਾਰਾਇਣ ਸਿੰਘ ਹੋਰੀ ਬੜੇ ਵੱਡੇ ਗਿਆਨੀ ਹੋਏ ਹਨ, ਉਹਨਾਂ ਦੀ ਮੈਨੂੰ ਬੈਸਟ ਲੱਗਦੀ ਹੈ ਦਸਮ ਬਾਣੀ ਦੀ ਵਿਆਖਿਆ। ਆਪਣੇ ਫੇਵਰਿਟ ਆਥਰ, ਵੈਸੇ ਦਸਮ ਬਾਣੀ ਦੀ ਵਿਆਖਿਆ ਬਹੁਤ ਜ਼ਿਆਦਾ ਹੋਈ ਵੀ ਨਹੀਂ ਹੈ, ਘੱਟ ਵਰਕ ਲਿਖੇ ਗਏ। ਪੰਡਿਤ ਨਾਰਾਇਣ ਸਿੰਘ ਹਰਾਂ ਦੀ ਬਹੁਤ ਸੋਹਣੀ ਉਹਨਾਂ ਨੇ ਲਿਖਿਆ ਹੈ ਬੜਾ। ਤੇ ਉਹਨਾਂ ਦੀ ਪੜ੍ਹੇ ਫਿਰ ਨਾ, ਫਿਰ ਉਹਨੂੰ ਅੰਡਰਸਟੈਂਡ ਕਰੇ ਨਾ ਉਹਨਾਂ ਦੀ ਬਾਣੀ ਨੂੰ। ਅਕਾਲ ਉਸਤਤ ਪੜ੍ਹੇ ਨਾ ਫਿਰ ਜ਼ਫਰਨਾਮਾ ਪੜ੍ਹੇ ਨਾ, ਫਿਰ ਕੀ ਲਿਖਿਆ ਹੋਇਆ ਅੰਦਰ। let me try to understand what's in there, let me try to get। ਫਿਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਲਿਖ ਗਏ ਹਨ ਪੜ੍ਹੇ ਨਾ, ਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਨਾ, ਫਿਰ ਇਹ ਭਰਮ ਦੂਰ ਹੁੰਦੇ ਹਨ। ਤੇ ਕਈ ਹੁਣ ਅਰਦਾਸ ਤੇ ਕੁਐਸਚਨ ਕਰ ਲੈਂਦੇ ਹਨ, ਭਗਉਤੀ ਲਿਖਿਆ ਹੋਇਆ ਜੀ ਵਰਡ, ਭਗਉਤੀ ਤੇ ਸੁਖਮਨੀ ਵਿੱਚ ਹੀ ਲਿਖਿਆ ਹੋਇਆ, ਫਿਰ ਉਹਦਾ ਕੀ ਕਰੋਗੇ? ਭਗਉਤੀ ਭਗਤ ਘਰ ਆਏ ਨੇ ਸੁਖਮਨੀ ਚ ਵਰਡ, ਤੇ ਉੱਥੇ ਭਗਉਤੀ ਨੂੰ ਕੀ ਕਰੋਗੇ? ਫਿਰ ਉੱਥੇ ਭਗਉਤੀ ਨੂੰ ਹੁਣ ਸੁਖਮਨੀ ਨੂੰ ਬਦਲੋਗੇ ਭਗਉਤੀ ਨੂੰ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਪ੍ਰੇਮਾ ਭਗਤੀ ਤੋਂ ਦੂਰ ਲੈ ਕੇ ਜਾਂਦੀਆਂ ਹਨ। ਗੱਲ ਪ੍ਰੇਮਾ ਭਗਤੀ ਦੀ ਹੈ ਇੱਥੇ। ਸੋ ਆਪਣੀ ਮਾਈਂਡ ਨੂੰ ਕਦੀ ਨੈਗੇਟਿਵਿਟੀ ਚ ਲੈ ਕੇ ਜਾਣਾ। ਜਦੋਂ ਤੁਹਾਡਾ ਮਾਈਂਡ ਇੱਧਰ ਉੱਧਰ ਹੋਵੇ, ਤੁਸੀਂ ਬਾਬਾ ਬੁੱਢਾ ਜੀ ਵਰਗੀਆਂ ਹਸਤੀਆਂ ਨੂੰ ਢੂੰਡਣਾ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਨੂੰ, ਉਹਨਾਂ ਨੂੰ ਯਾਦ ਕਰਨਾ ਹੈ। ਹਾਂਜੀ, ਉਹ ਜਿਨ੍ਹਾਂ ਨੇ ਸੱਚੀ ਕਮਾਈ ਕਰਕੇ ਜਿਹੜੇ ਇੱਥੋਂ ਗਏ ਹਨ। ਭਾਈ ਕਾਨ ਸਿੰਘ ਨਾਭਾ ਨੂੰ ਪੜ੍ਹਨਾ ਹੈ ਜ਼ਰੂਰ। ਹਾਂਜੀ, ਗੁਰਮਤ ਮਾਰਤੰਡ ਪੜ੍ਹਨੀ ਹੈ ਤੁਸੀਂ, ਗੁਰਮਤ ਸੁਧਾਕਰ ਪੜ੍ਹਨੀ ਹੈ ਤੁਸੀਂ, ਗੁਰਮਤ ਪ੍ਰਭਾਕਰ ਪੜ੍ਹਨੀ ਹੈ ਤੁਸੀਂ। ਉੱਥੋਂ ਤੁਹਾਨੂੰ
ਉਥੋਂ ਤੁਹਾਨੂੰ ਮਿਲੇਗਾ ਤੁਹਾਨੂੰ ਇੱਕ ਅੰਦਰੋਂ ਹੋਰ ਪੜਨ ਦਾ ਸ਼ੋਭਾ। ਹਾਂਜੀ, ਇਹ ਝੂਠਿਆਂ ਨਾਲ ਬੈਠ ਕੇ ਇਹੋ ਜੀ ਬਹਿਸ ਕਰਨ ਨਾਲ ਤੁਹਾਨੂੰ ਕੱਖ ਨਹੀਂ ਮਿਲਣਾ, ਤੁਹਾਨੂੰ ਪੂਰੀ ਜ਼ਿੰਦਗੀ ਗਵਾ ਲੋਗੇ। and the life is not limited, you know, life does not have a unlimited amount of breath that has been given to you, and as you get older it becomes difficult to understand these complex things, you know. ਐਕਸਕਿਊਜ਼ ਮੀ ਵੀਰ ਜੀ, ਤੁਸੀਂ ਇਹ ਬੁక్స్ ਦੇ ਨਾਂ ਲਿੱਤੇ ਨੇ ਕਾਹਨ ਸਿੰਘ ਨਾਭਾ ਜੀ ਦੀ, ਗੁਰਮਤ ਭਾਸਕਰ, ਹੋਰ ਕਿਹੜੀਆਂ ਦੋ ਤਿੰਨ ਕਿਤਾਬਾਂ ਦੇ ਨਾਂ ਲਏ? ਗੁਰਮਤ ਪ੍ਰਭਾਕਰ, ਓਕੇ ਜੀ। ਉਹਨਾਂ ਦੀਆਂ ਦੋ ਵੱਡੀਆਂ ਬੁక్స్ ਹਨ, ਗੁਰਮਤ ਪ੍ਰਭਾਕਰ ਤੇ ਗੁਰਮਤ ਸੁਧਾਕਰ। ਇੱਕ ਪ੍ਰਭਾਕਰ ਹੈ, ਇੱਕ ਸੁਧਾਕਰ ਹੈ। ਹੁਣ ਤੇ ਪਤਾ ਨਹੀਂ, ਆਈ ਹੋਪ ਪ੍ਰਿੰਟ ਵਿੱਚ ਹੀ ਹੋਣ ਕਿ ਨਾ ਹੋਣ, ਕੋਈ ਪੜਦਾ ਹੀ ਨਹੀਂ ਨਾ ਹੁਣ। ਉਹ ਬੁੱਕ ਸੈਲਰਸ ਔਰ ਸਿੰਘ ਬ੍ਰਦਰਸ ਵਾਲੇ ਵਿਚਾਰੇ ਰੋਂਦੇ ਨਾਲ ਕਹਿੰਦੇ ਨੇ, ਵੀਰ ਜੀ ਤੁਹਾਨੂੰ ਸਵਾਏ ਕੋਈ ਫੋਨ ਨਹੀਂ ਆਂਦੀ, ਕਿਤਾਬਾਂ ਛਪਣੀਆਂ ਬੰਦ ਹੋ ਗਈਆਂ ਬਿਕਾਜ਼ ਨੋਬਡੀ। ਜੀ ਸਾਨੂੰ ਤਾਂ ਸੁਣਿਆ ਵੀ ਨਹੀਂ ਸੀ ਪਹਿਲੀ ਵਾਰੀ। ਥੈਂਕ ਯੂ ਸੋ ਮਚ, ਸਾਨੂੰ ਪਤਾ ਹੀ ਨਹੀਂ ਸੀ ਇਸ ਬਾਰੇ ਚ। ਥੈਂਕ ਯੂ ਜੀ। ਸੋ ਐਨੀਵੇ ਵੀਰ ਜੀ, I have one question. ਤੁਸੀਂ ਪਹਿਲੇ ਵੀ ਬੋਲਿਆ ਜਿਸ ਤਰ੍ਹਾਂ ਤਿਲਕ ਹੋਰ ਸਾਰੇ ਗੁਰੂ ਜੀ ਦੇ ਪਹਿਲੇ 6 ਗੁਰੂ ਜੀ ਦੇ ਬਾਬਾ ਬੁੱਢਾ ਜੀ ਸਨ ਤੇ ਬਾਅਦ ਵਿੱਚ ਉਹਨਾਂ ਦੇ ਫੈਮਿਲੀ ਮੈਂਬਰ। ਸੋ ਤੁਸੀਂ ਥੋੜਾ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਗੁਰਗੱਦੀ ਤਿਲਕ ਕੀ ਹੁੰਦਾ ਸੀ? ਲਾਈਕ ਇਨ ਮਾਈ ਹੈਡ ਇਟ ਇਜ਼ ਕਿ ਅਰਦਾਸ ਹੁੰਦੀ ਸੀ। It's a cultural thing, Didi. ਹੁਣ ਵੀ ਵਿਆਹ ਦੇ ਟਾਈਮ ਤਿਲਕ ਲਗਾਇਆ ਜਾਂਦਾ ਹੈ। It's a cultural, it doesn't have a religious significance. It has a cultural significance, just like a Diwali is a cultural thing, you know. ਸਾਰੇ ਧਰਮ ਵਾਲੇ ਮਨਾਉਂਦੇ ਹਨ, ਦਰਬਾਰ ਸਾਹਿਬ ਵੀ ਮਨਾਈ ਜਾਂਦੀ ਹੈ। ਕੋਈ ਵੱਡਾ ਬੰਦੀ ਛੋੜ ਦਿਵਸ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਹੁਣ, ਠੀਕ ਹੈ, ਪਰ ਦੀਵਾਲੀ ਕਹਿੰਦੇ ਸਨ ਪਹਿਲੇ ਸਾਰੇ। ਗੁਰ ਇਤਿਹਾਸ ਦੇ ਜਿਤਨੇ ਵੱਡੇ ਗ੍ਰੰਥਾਂ ਦੀਵਾਲੀ ਹੈ। ਸੋ ਤਿਲਕ ਲਗਾਉਣਾ is a cultural thing, is a ਇੱਜ਼ਤ ਹੁੰਦੀ ਹੈ, ਮਾਣ ਦਿੱਤਾ ਜਾਂਦਾ ਕਿਸੇ ਨੂੰ। ਕਿਸੇ ਨੂੰ ਮਾਣ ਦੇਣਾ ਹੋਵੇ, ਕਿਸੇ ਨੂੰ ਰੈਕੋਗਨਾਈਜ਼ ਕਰਨਾ ਹੋਵੇ, ਕਿਸੇ ਨੂੰ ਇੱਜ਼ਤ ਦੇਣੀ ਹੋਵੇ ਤੇ ਫਿਰ ਉਹਨੂੰ ਤਿਲਕ ਲਗਾਉਂਦੇ ਨੇ। ਮਹਾਰਾਜ ਦੀ ਹਜ਼ੂਰੀ ਚ ਲਗਾਇਆ ਜਾਂਦਾ। ਹਾਂਜੀ, ਮਹਾਰਾਜ ਦੀ ਹਜ਼ੂਰੀ ਵਿੱਚ ਉਹਨੂੰ ਰੈਕੋਗਨਾਈਜ਼ ਕੀਤਾ ਜਾਂਦਾ ਕਿ ਹਾਂ ਤੁਹਾਨੂੰ ਤਿਲਕ ਲੱਗਿਆ ਹੈ। ਗੁਰਿਆਈ ਦਾ ਤਿਲਕ ਲੱਗਦਾ ਹੈ ਡੈਥ ਹੋਣ ਤੋਂ ਬਾਅਦ। ਉਸ ਵੇਲੇ ਵੱਡੇ ਪੁੱਤਰ ਜਿਹੜੇ ਹੁੰਦੇ ਸਨ ਜਿਨ੍ਹਾਂ ਨੇ ਅੱਗੇ ਜ਼ਿੰਮੇਵਾਰੀ ਸੰਭਾਲ ਲਈ, ਉਹਨਾਂ ਨੂੰ ਤਿਲਕ ਲਗਾਇਆ। ਬਾਬਾ ਬੁੱਢਾ ਜੀ ਨੇ ਤਿਲਕ ਉਹਨਾਂ ਦੇ ਬੇਟੇ ਨੂੰ ਲਗਾਇਆ, ਉਹਦੀ ਵੀ ਮੰਦੀ ਹੈ ਗੱਲ। ਅਰਦਾਸ ਕੀਤੀ ਜਾਂਦੀ ਸੀ, ਤਿਲਕ ਲੱਗਦਾ ਸੀ ਤੇ 4 ਚੁਪੇਰੇ ਪਰਿਕਰਮਾ ਕਰਦੇ ਸਨ ਗੁਰੂ। 5 ਪੈਸੇ ਤੇ ਨਾਰੀਅਲ ਦੀ ਗੱਲ ਵੀ ਆਈ ਹੈ, ਉਹ ਵੀ ਰੱਖਿਆ ਜਾਂਦਾ ਜੋ ਸੂਰਜ ਪ੍ਰਕਾਸ਼ ਲਿਖਿਆ ਹੋਇਆ ਜਿਸ ਤਰ੍ਹਾਂ। ਇਹ ਸਾਰੀਆਂ ਕਲਚਰਲ ਗੱਲਾਂ ਹਨ, ਇਹਦੇ ਚ ਕੋਈ ਐਂਡ ਨਰਵਿੰਦਰ ਦੀ ਇੱਕ ਹੋਰ ਗੱਲ ਤੁਸੀਂ ਪਲੀਜ਼ ਇਹ ਯਾਦ ਰੱਖਿਓ ਮੇਰੀ ਗੱਲ, ਕਿ ਦ ਕਲੀਅਰ ਲਾਈਨ ਡੈਫੀਨੇਸ਼ਨ ਆਫ ਸਿੱਖੀਜ਼ਮ ਅਲੱਗ ਹੋਣ ਦੀ ਉਹ 200-300 ਸਾਲ ਲੱਗੇ। ਪਹਿਲੇ ਇਟ ਵਾਸ ਅ ਮਿਸ਼ਰਿਤ ਗਰੁੱਪ ਸੀ ਬੜਾ, ਹਿੰਦੂਇਜ਼ਮ ਦਾ ਤੇ ਸਿੱਖੀਜ਼ਮ ਦਾ। It was not, it got separated as we moved along. But even until 100-150 years ago, ਬੜਾ common ਸੀ। ਮੇਰੀ ਫੈਮਿਲੀ ਵਿੱਚ 3 incident ਮੈਂ ਤੁਹਾਨੂੰ ਦੱਸ ਸਕਦਾ, ਹੁਣ ਵੀ ਜ਼ਿੰਦਾ ਹਨ ਉਹ ਬੰਦੇ ਜਿਨ੍ਹਾਂ ਦੇ ਫੈਮਿਲੀ ਵਿੱਚ ਜਿਹੜੇ ਆਪ ਹਿੰਦੂ ਸਨ ਲੇਕਿਨ ਇੱਕ ਵੱਡੇ ਪੁੱਤਰ ਨੂੰ ਸਿੱਖ ਪੜਾਇਆ ਜਿਨ੍ਹਾਂ ਨੇ, ਬਾਕੀ ਭਰਾ ਹਿੰਦੂ ਹਨ ਜੀ। ਸਾਡੀ ਫੈਮਿਲੀ ਵਿੱਚ ਵੀ ਹਾਂਜੀ, ਸਾਡੀ ਮੇਰੇ ਭੂਆ ਜੀ ਦਾ ਵੱਡੇ ਪੁੱਤਰ ਨੂੰ ਸਰਦਾਰ ਬਣਾਇਆ ਸੀ। ਹਿੰਦੂ ਫੈਮਿਲੀ ਦੇ ਸੀ, ਪਹਿਲੇ ਪੁੱਤਰ ਨੂੰ ਸਰਦਾਰ ਬਣਾਇਆ, ਬਾਕੀ ਸਾਰੇ ਹਿੰਦੂ। ਬਹੁਤ ਕਾਮਨ ਹੁੰਦਾ ਸੀ ਪਹਿਲੇ, ਬਹੁਤ ਘੱਟ ਜੋੜ ਹੁੰਦਾ ਸੀ ਆਪਸ ਵਿੱਚ, ਤਾਂ ਹੀ ਕੁਆਇਨ ਟਰਮ ਸਹਿਜਧਾਰੀ ਸੀ। ਹੁਣ ਇਹ ਵਰਡ ਬਦਲ ਗਏ ਹਨ ਕਿਉਂਕਿ ਦਿਲ ਛੋਟੇ ਹੋ ਗਏ ਨਾ ਹੁਣ ਬੜੇ। ਹੁਣ ਸਾਡੇ ਨਾਲੇ ਨੌਲੇਜ ਨਾ ਰਹਿਣ ਕਾਰਨ ਦਿਲ ਛੋਟੇ ਹੋ ਗਏ ਹਨ, ਲੋਕ ਨਹੀਂ ਸਮਝ ਪਾਉਂਦੇ ਇਸ ਗੱਲ ਨੂੰ। Anyway, let me see the time. It's 10:02 and I have 10 more minutes. I want to finish one more thing I want to talk and then I'll end the class. Last week, Bhai Mani Singh ਰਾਂ ਦੀ ਸ਼ਹੀਦੀ ਸੀ। ਵੈਸੇ ਤੇ ਭਾਈ ਮਨੀ ਸਿੰਘ ਹੋਰੀ deserve a full class session, but ਮੈਂ ਉਹਨਾਂ ਬਾਰੇ 5-10 ਮਿੰਟ, ਜਿਤਨੇ ਵੱਡੇ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਨ, ਉਤਨੇ ਹੀ ਵੱਡੇ ਬ੍ਰਹਮ ਗਿਆਨੀ, ਉਤਨੇ ਹੀ ਵੱਡੇ ਪੜ੍ਹੇ ਲਿਖੇ ਗੁਰੂ ਘਰ ਦੇ ਮਹਾਨ ਸੇਵਕ। ਔਰ ਇੱਕ ਗੱਲ ਮੈਂ ਹੋਰ ਕਹਿ ਦਿਆਂ ਕਿ ਗੁਰੂ ਘਰ ਦੇ ਵੱਡੇ ਸੇਵਕ ਹੀ ਨਹੀਂ, ਹੈਡ ਗ੍ਰੰਥੀ ਰਹੇ ਹਨ, 10-15 ਸਾਲ ਸੇਵਾ ਕੀਤੀ ਹੈ ਹਰਮੰਦਰ ਸਾਹਿਬ ਦੀ। ਫਿਰ ਅਕਾਲ ਤਖਤ ਦੇ ਜਥੇਦਾਰ ਸਾਜੇ ਗਏ ਔਰ 25 ਸਾਲ 22 ਸਾਲ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਸੇਵਾ ਭਾਈ ਮਨੀ ਸਿੰਘ ਰਾਂ ਨੇ ਨਿਭਾਈ ਹੈ। ਆਪ ਪੂਰਨ ਗੁਰਸਿੱਖ, ਪੂਰਨ ਵੱਡੇ ਬ੍ਰਹਮ ਗਿਆਨੀ। ਔਰ ਇੱਥੇ ਇੱਕ ਹੋਰ ਫਰਕ ਹੈ ਇੱਥੇ ਬਾਬਾ ਬੁੱਢਾ ਜੀ ਨਾਲੋਂ, ਆਪ ਬਹੁਤ ਵੱਡੇ ਸਕਾਲਰਲੀ ਬੰਦੇ ਸਨ, ਬਹੁਤ ਵੱਡੇ। ਸੰਸਕ੍ਰਿਤ, ਫਾਰਸੀ, ਵੇਦਾਂ ਸ਼ਾਸਤਰਾਂ ਦਾ ਗਿਆਨ, ਕੁਰਾਨ ਦਾ,
बहुत स्कॉलरली एटीट्यूड वाले। लेकिन सब तो वड्डी गल तुहानू सुन के हैरान होएगी उन्हां दी लाइफ बारे। Maybe I should not spend 5 minutes, maybe I should spend a whole session on him. Maybe I'll just give you a small synopsis on his life today. आप बहुत वड्डे योद्धा सन, तलवार दे धनी सन। इस लोगों ने ये पिक्चर देखी नहीं है भाई मनी सिंह दी। 10 बेटे सन उन्हां दे, 7 शहीद होए हैं उन्हां चों, 7-8 शहीद होए हैं ते 10 भरा सन टोटल, जिन्हां चों एक भरा गुरु तेग बहादुर महाराज जी दे नाल आए हैं जदों शहीदी प्राप्त करन गए हैं। ते इतनी वड्डी उस फैमिली 10 दे 10 भरा शहीद होए हैं। कहंदे हैं 40 तो ज्यादा शहीदियां इन्हां दे परिवार च सन, भाई मनी सिंह दे परिवार विच। इतने वड्डे गुरसिख, उस महान हस्ती, वो वड्डे खाली एक तलवार दे धनी, एक तासे तलवार दे धनी हैं। कहंदे हैं नदौण दी लड़ाई विच, जेहड़ी नदौण बैटल ऑफ नदौण इज अ वेरी फेमस बैटल गुरु साहिब फॉट आफ्टर 1699। अगर किसी ने बहुत डिटेल पढ़नी होवे ते दसम बाणी विच महाराज उस बैटल दी, नदौण दी बैटल दी बड़ी डिटेल लिखदे हैं आप। ते नदौण दी बैटल विच महाराज इतने खुश होए भाई मनी सिंह तो, उन्हां दी तलवार दी स्किल तो, महाराज कहने लगे तुसी दीवान दी उत्पत्ति पर पैदा करने वाले हो, दीवान हो तुसी आप। उस वड्डी हस्ती, उस वड्डे महान योद्धा, महान स्कॉलर ते महान ग्रंथ लिखण वाले, जेड़े आप जिन्हां ने हथी ग्रंथ जेड़ी दमदमा साहब जेड़ी बीड़ लिखी गई उन्होंने हथों लिखाई जेड़ी बीड़, ते उस बीड़ दे वड्डे उन्हां दी शहीदी पिछले हफ्ते सी। उन्हां नूं याद जरूर करियो, उस वड्डे गुरसिख नूं जिन्ने आप महाराज कोलों 1699 दी विसाखी विच आप अमृत छकिया, उन्हां कोल अपनी हथी अमृत छकाया गुरु गोबिंद सिंह महाराज ने। उस वड्डे फैमिली जिन्हां दे पिता जी, जिन्हां दे दादा जी गुरु हरगोबिंद महाराज दी आर्मी विच सन आप, जिहड़े उन्हां नाल उत्थे शहीदियां प्राप्त कीतियां। उस वड्डे महान गुरसिख दी दर्शन करो तुसी। इतने एग्जाम्पल्स हैं साडी सिख हिस्टरी विच, जिन्हां नूं धोखे नाल बंद कटाए गए, जिन्हां दे लाहौर शहीद किया गया, ताई उन्हां नूं कोई दर्द महसूस नहीं होया, क्योंकि नाम नाल एक जुड़े होए सन ओ बहुत। ते उन्हां बारे maybe I should not like shortcut him right now, but the time is so less. He devotes an hour or two session on his life though. उन्हां दी accomplishments, उन्हां दा बचपन किसा बीतिया, किसा वड्डे होए। गुरु हर राय महाराज दी सेवा कीती है उन्हां ने। जिस तरह बाबा बुड्ढा जी ने गुरु नानक साहब तो लैके गुरु हरगोबिंद महाराज दे दर्शन कीते हैं, उसी तरह भाई मनी सिंह ने गुरु हरराय साहब तो लैके गुरु गोबिंद सिंह महाराज दे दर्शन कीते हैं। बहुत वड्डे हस्ती सन। हथी सेवा गुरु हरराय पातशाह दी कीती है। फिर जदों गुरु हरकृष्ण महाराज दिल्ली आंदे हैं, जदों चेचक लगदा है उन्हां, जदों दिल्ली आंदे हैं गुरु हर, उन्हां दे नाल आंदे हैं दिल्ली, बंगला साहब उन्हां नाल रहंदे हैं, बंगला साहब नाल रहंदे हैं। जदों अकाल चलाना करते हैं, जो ज्योति जोत समाते हैं, भाई मनी सिंह होरी माता सुलखणी उन्हां दी माता जी दे नाल वापस कीरतपुर साहब जाते हैं, चाहे तुहानू ना पता हो इस गल दा। उस महान गुरसिख नूं याद करो। ते अगली बारी maybe I will spend an hour on him talking about his life. You will be amazed as to his accomplishments. You will be amazed कितने वड्डे आप ब्रह्म ज्ञानी गुरसिख सन। सो उन्हां दी शहीदी पिछले हफ्ते सी, जिन्हां नूं बड़ी बेरहमी दे नाल नखे विच लाहौर जाके शहीदी उन्होंने प्राप्त की। उन्होंने ते सिक्खी सिदक नहीं डोलिया, ते डोल सकदा भी नहीं सी। उन्हां दा आप वड्डे, एक ते आप लड़न वाले सन, बड़े योद्धा सन, बड़े वड्डे बहुत, और पूरन एक जो शक्ल जो दिती है सानू जोड़ी उन्होंने, सन सिपाही दा जिहड़ा रूप गुरु गोबिंद सिंह महाराज ने जो बख्शिया है, उहदे विच पूरे उतरे हैं आप। ते गुरु दरबार साहब दी हेड ग्रंथी भी रहे हैं बड़े साल,
1699 ਜਦੋਂ ਅੰਮ੍ਰਿਤ ਛਕਿਆ ਉਹਨਾਂ ਨੇ ਤੇ ਮਹਾਰਾਜ ਨੇ ਉੱਥੇ ਹੀ ਹੁਕਮ ਕਰ ਦਿੱਤਾ ਅਨੰਦਪੁਰ ਸਾਹਿਬ, ਭਾਈ ਸਾਹਿਬ ਜੀ ਤੁਸੀਂ ਜਾ ਕੇ ਉੱਥੇ ਸੇਵਾ ਸੰਭਾਲੋ ਹਰਮੰਦਰ ਸਾਹਿਬ ਦੀ। ਤਾਂ ਹਰਮੰਦਰ ਸਾਹਿਬ ਦੀ ਸੇਵਾ ਉਹਨਾਂ ਨੇ ਸੰਭਾਲੀ। ਤੇ ਯਾਦ ਰੱਖਿਓ ਮੇਰੀ ਇੱਕ ਗੱਲ, ਉਸ ਟਾਈਮ ਸੇਵਾ ਕੀਤੀ ਹੈ ਹਰਮੰਦਰ ਸਾਹਿਬ ਦੀ ਜਦੋਂ ਬੰਦਾ ਬਹਾਦਰ ਦੀ ਸਟਰਗਲ ਚੱਲਦੀ ਪਈ ਸੀ, ਜਦੋਂ ਸਿੱਖ ਦੀ ਕੀਮਤ 10 ਰੁਪਏ ਸੀ। ਉਸ ਵੇਲੇ ਅਬਦੁਲ ਸਮਾਦ ਖਾਨ ਦੀ ਗਵਰਨਮੈਂਟ ਦੇ ਥੱਲੇ, ਜ਼ਕਰੀਆ ਖਾਨ ਦੀ ਗਵਰਨਮੈਂਟ ਦੇ ਥੱਲੇ ਸੇਵਾ ਜਿਹੜੀ ਹੈ ਹਰਮੰਦਰ ਸਾਹਿਬ ਦੀ ਸੰਭਾਲੀ ਉਹਨਾਂ ਨੇ। ਤੇ ਅਕਾਲ ਤਖਤ ਸਾਹਿਬ ਦੀ ਸੇਵਾ ਉਹਨਾਂ ਦੀ, ਅਕਾਲ ਤਖਤ ਸਾਹਿਬ ਦੀ, ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ, ਫਿਰ ਜਥੇਦਾਰ ਥਾਪੇ ਗਏ ਔਰ 18-19 ਸਾਲ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਸੇਵਾ ਭਾਈ ਮਨੀ ਸਿੰਘਰਾਂ ਨੇ ਕੀਤੀ। ਉਸ ਮਹਾਨ ਬ੍ਰਹਮ ਗਿਆਨੀ ਦੀ ਸ਼ਹੀਦੀ ਜਿਹੜੀ ਹੈ ਪਿਛਲੇ ਹਫਤੇ ਸੀ, ਉਹਨਾਂ ਨੂੰ ਯਾਦ ਜ਼ਰੂਰ ਕਰਿਓ। ਤੇ ਨੈਕਸਟ ਟਾਈਮ ਆਈ ਵਿਲ ਸਪੀਕ ਮੋਰ ਅਬਾਊਟ ਹਿਸ ਲਾਈਫ ਐਂਡ ਸ਼ਾਇਦ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ ਉਹਨਾਂ ਦੀ ਲਾਈਫ ਬਾਰੇ ਬਹੁਤ ਕੁਝ। ਔਰ ਇਹ ਸਾਡੀ ਬਦਕਿਸਮਤੀ ਹੈ ਕਿ ਸਾਡੇ ਗੁਰਦੁਆਰਿਆਂ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ। ਔਰ ਇਹਦਾ ਕਾਰਨ ਵੱਡਾ ਇਹ ਹੈ ਕਿ ਸਾਡੇ ਗੁਰਦੁਆਰੇ ਜਿਹੜੇ ਚਲਾਉਂਦੇ ਹਨ, ਜਿਹੜੇ ਗੁਰਦੁਆਰੇ ਜਿਨ੍ਹਾਂ ਦੇ ਹੱਥ ਪ੍ਰਬੰਧ ਹੈ ਜਿਨ੍ਹਾਂ ਦਾ, ਉਹ ਆਪ ਜਾਣੂ ਨਹੀਂ ਇਹਨਾਂ ਗੱਲਾਂ ਤੋਂ। ਆਪ ਜਾਣੂ ਨਾ ਹੋਣ ਕਾਰਨ ਸੰਗਤ ਨੂੰ ਜਾਣੂ ਨਹੀਂ ਕਰਾ ਸਕਦੇ, ਲੇਕਿਨ ਜਾਣੂ ਕਰਾਉਣਾ ਚਾਹੀਦਾ ਹੈ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਰੀ। So any questions on his life I can answer. I will try to spend more time on. He does not deserve 10 minutes of his time. And I'll wait to have any comments and then I'll end the class. ਹਾਂਜੀ, ਕੋਈ comment ਹੋਵੇ ਜੀ? ਵੀਰ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ। ਭਾਈ ਮਨੀ ਸਿੰਘ ਜੀ ਦੇ ਬਾਰੇ ਹੋਰ ਪੜ੍ਹਨਾ ਹੋਵੇ ਤੇ ਕਿੱਧਰ ਪੜ੍ਹ ਸਕਦੇ ਹਾਂ ਵੀਰ ਜੀ? ਬੜੀ ਜਗ੍ਹਾ ਪੜ੍ਹ ਸਕਦੇ ਹੋ ਵੀਰ ਜੀ। ਜਿਹੜੀਆਂ ਸੈਕੰਡਰੀ ਸੋਰਸਸ ਵਿੱਚ ਤੇ ਇਤਿਹਾਸ ਬਹੁਤ ਜ਼ਿਆਦਾ ਹੈ। ਸਾਰੀ ਗੁਰੂ ਖਾਲਸਾ 'ਚ ਬੜਾ ਕੁਝ ਲਿਖਿਆ ਹੋਇਆ ਹੈ। ਪ੍ਰਾਇਮਰੀ ਸੋਰਸਿਸ ਵਿੱਚ ਤੁਹਾਨੂੰ ਸੂਰਜ ਪ੍ਰਕਾਸ਼ ਤੋਂ ਮਿਲ ਸਕਦਾ ਹੈ ਤੁਹਾਨੂੰ ਬੜਾ ਕੁਝ। ਡਾਕਟਰ ਗੰਡਾ ਸਿੰਘ ਦੀਆਂ ਹਿਸਟਰੀ ਦੀਆਂ ਕਿਤਾਬਾਂ ਹਨ, ਹਰੀਰਾਮ ਗੁਪਤਾ ਦੀਆਂ ਹਿਸਟਰੀ ਦੀਆਂ ਕਿਤਾਬਾਂ ਹਨ। there's a lot written about him ਵੀਰ ਜੀ, ਉਹਨਾਂ ਦੀ ਲਾਈਫ ਬਾਰੇ ਤੁਹਾਨੂੰ ਬਹੁਤ ਕੁਝ ਮਿਲੇਗਾ ਉਹਨਾਂ ਦੀ ਲਾਈਫ ਬਾਰੇ, ਬਿਕਾਜ਼ ਉਹਨਾਂ ਨੇ ਵੀ ਸੱਤਵੀਂ ਪਾਤਸ਼ਾਹੀ ਦੀ, 8ਵੀਂ ਪਾਤਸ਼ਾਹੀ ਦੇ, 9ਵੀਂ ਪਾਤਸ਼ਾਹੀ ਦੇ, 10ਵੀਂ, 4 ਗੁਰੂਆਂ ਦੇ ਦਰਸ਼ਨ ਕੀਤੇ ਹਨ ਆਪ। ਸੋ ਬਹੁਤ ਮਹਾਨ ਵੱਡੇ ਸਿੱਖ ਸਨ। ਔਰ ਇੱਕ ਗੱਲ ਮੈਂ ਕਹਿ ਦਿਆਂ ਹੁਣ, ਕਿਉਂਕਿ ਕਈ ਵਾਰੀ ਕੋਈ ਕਲਾਸ ਨਹੀਂ ਬਾਅਦ ਚ ਅਟੈਂਡ ਕਰ ਸਕਦਾ ਜਾਂ ਨਾ ਮੈਂ ਕਹਿ ਸਕਾਂ ਗੱਲ ਅਗਲੇ ਹਫਤੇ, ਤੇ ਭਾਈ ਮਣੀ ਸਿੰਘਰਾਂ ਦੀ ਨਿਗਰਾਨੀ ਦੇ ਅੰਦਰ ਖਿਦਰਾਨੇ ਦੀ ਲੜਾਈ ਜਦੋਂ ਜਿਹੜੀ ਹੋਈ, ਜਿਹੜੀ ਲਾਸਟ ਜਿਹੜੀ ਬੈਟਲ ਜਦੋਂ ਜਿੱਤੇ, ਜਦੋਂ ਮੁਕਤਸਰ ਜਗ੍ਹਾ ਦਾ ਨਾਂ ਹੈ ਹੁਣ, ਪਹਿਲੇ ਖਿਦਰਾਨਾ ਨਾਂ ਸੀ, ਹੁਣ ਮੁਕਤਸਰ, ਜਿੱਥੇ 40 ਮੁਕਤਿਆਂ ਦੀ ਕਥਾ ਆਉਂਦੀ ਹੈ। ਉਸ ਲੜਾਈ ਤੋਂ ਬਾਅਦ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਮਹਾਰਾਜ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਆਦ ਤੋਂ ਅੰਤ ਤੱਕ ਸ਼ੁਰੂ ਕਰੋ ਕਥਾ ਕਰਨੀ। ਸੂਰਜ ਪ੍ਰਕਾਸ਼ ਕਥਨ ਆਇਆ ਹੈ, ਮਹਾਰਾਜ ਨੇ ਆਪ ਕਥਾ ਸ਼ੁਰੂ ਕੀਤੀ ਉੱਥੇ। ਤੇ ਕਹਿੰਦੇ ਨੇ ਕਿ ਕਥਾ ਸੁਣਦਿਆਂ ਹੀ ਜੀਵਨ ਮੁਕਤ ਹੋ ਗਏ, ਇਤਨੀ ਆਵਾਜ਼ ਵਿੱਚ ਜਾਦੂ ਸੀ ਉਹਨਾਂ ਦਾ। ਫਿਰ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੈਂ ਕਥਾ ਕੀਤੀ ਹੈ ਨਾ ਭਾਈ ਸਾਹਿਬ ਜੀ, ਭਾਈ ਮਣੀ ਸਿੰਘ ਜੀ, ਤੁਸੀਂ ਇਹ ਕਥਾ ਜਾਰੀ ਕਰਨੀ ਹੈ। ਤੇ ਇਹ ਕਥਾ ਫਿਰ ਭਾਈ ਮਣੀ ਸਿੰਘਰਾਂ ਨੇ ਉਹ ਸਟਾਈਲ ਅਡਾਪਟ ਕੀਤਾ ਜਿਹਨੂੰ ਅਸੀਂ ਹੁਣ ਸੰਪਰਦਾਈ ਸਟਾਈਲ ਕਹਿੰਦੇ ਹਾਂ। ਸੋ ਕਥਾ ਕਰਨ ਦੇ ਬੜੇ ਇੱਕ ਤਰੀਕੇ ਹਨ, ਸਟਾਈਲ ਹਨ, ਜਾਂ ਕਹਿ ਲਓ ਸਕੂਲ ਆਫ ਥਾਟਸ ਹਨ। ਇੱਕ ਜਿਹੜਾ ਸਕੂਲ ਆਫ ਥਾਟ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਭਾਈ ਮਣੀ ਸਿੰਘਰਾਂ ਨੇ ਸ਼ੁਰੂ ਕੀਤਾ, ਤੇ ਭਾਈ ਮਣੀ ਸਿੰਘਰਾਂ ਦੇ ਅਗਲੇ ਸ਼ਾਗਿਰਦ ਬਾਬਾ ਦੀਪ ਸਿੰਘ ਹੋਰੀ, ਇਹ ਉਹਨਾਂ ਉਹ ਮਹਾਨ ਵੱਡੀ ਹਸਤੀ, ਉਹਨਾਂ ਦੀ ਵੀ ਕਥਾ ਕਦੀ ਕਰਾਂਗੇ, ਉਹਨਾਂ ਦੀਆਂ ਅਚੀਵਮੈਂਟਸ ਲਾਈਫ ਦੀਆਂ। ਤੇ ਉਹ ਇਹ ਜਿਹੜੀ ਸੰਪਰਦਾਈ ਜਿਹੜੀ ਥਾਟ ਪ੍ਰੋਸੈਸ ਹੈ, ਜਿਹੜੀ ਸੰਪਰਦਾਈ, ਇਹ ਸੰਪਰਦਾਈ ਥਾਟ ਪ੍ਰੋਸੈਸ ਦੇ ਜਿਹੜੇ ਮਾਲਕ ਹਨ, ਜੇ ਸੰਪਰਦਾਈ ਥਾਟ ਪ੍ਰੋਸੈਸ ਦੇ ਜਿਹੜੇ ਕਰਨਹਾਰ ਹਨ, ਉਹ ਭਾਈ ਮਣੀ ਸਿੰਘ ਹੋਰੀ ਹਨ। ਤੇ ਭਾਈ ਸਾਹਿਬ ਭਾਈ ਵੀਰ ਸਿੰਘਰਾਂ ਦੇ ਨਾਨਾ ਜੀ, ਉਹ ਵੀ ਸੰਪਰਦਾਈ ਥਾਟ ਪ੍ਰੋਸੈਸ ਤੋਂ ਸਨ। ਤੇ ਭਾਈ ਹਜ਼ਾਰਾ ਸਿੰਘ ਜੀ, ਉਹਨਾਂ ਦੀ ਲਾਈਫ ਵੀ ਬੜੀ ਇੰਪੋਰਟੈਂਟ ਹੈ। ਇਹ ਹੁਣ ਮੈਂ ਇਤਨੀਆਂ ਗੱਲਾਂ ਤੁਸੀਂ ਹੁਣ ਪੜ੍ਹਨਾ ਬਹੁਤ ਹੈ, ਟਾਈਮ ਬੜਾ ਘੱਟ ਹੈ ਸਭ ਕੋਲ। ਤੇ ਉਹ ਸੰਪਰਦਾਈ ਪ੍ਰਥਾ ਦੇ ਜਿਹੜੇ ਮਾਲਕ ਜਿਹੜੇ ਹਨ, ਸੰਪਰਦਾਈ ਪ੍ਰਥਾ ਨੂੰ ਤੋੜਨ ਵਾਲੇ,
ਭਾਈ ਪਿੰਦਰਪਾਲ ਸਿੰਘ ਜਿਹੜੀ ਕਥਾ ਕਰਦੇ ਹਨ ਗੁਰਦੁਆਰਿਆਂ ਵਿੱਚ, ਹੁਣ ਜਿਹੜੀ ਕਥਾ ਹੁੰਦੀ ਹੈ, ਜਿਹੜੀ ਗੁਰਦੁਆਰਿਆਂ ਵਿੱਚ ਕਥਾ ਜਿਹੜੀ ਕਰਦੇ ਹਨ, ਜਨਰਲੀ ਸਪੀਕਿੰਗ ਉਹ ਸੰਪਰਦਾਈ ਮਰਿਆਦਾ ਅਨੁਸਾਰ ਕਥਾ ਹੁੰਦੀ ਹੈ। ਸੋ ਅੱਜ ਕੱਲ ਹੁਣ ਉਸ ਕਥਾ ਦਾ ਵੀ ਘਟ ਗਿਆ ਕੰਮ, ਬਿਕਾਜ਼ ਸੰਪਰਦਾਈ ਕਥਾ ਵਿੱਚ ਸਾਖੀਆਂ ਦਾ ਬੜਾ ਜ਼ੋਰ ਹੈ, ਸਾਖੀਆਂ ਨੂੰ ਸੁਣਿਆ ਜਾਂਦਾ ਬਹੁਤ ਜ਼ਿਆਦਾ, ਸਾਖੀਆਂ ਦੇ ਥਰੂ ਗੱਲ ਪ੍ਰੂਵ ਕੀਤਾ ਜਾਂਦਾ ਹੈ। ਤਾਂ ਅੱਜ ਕੱਲ ਸਾਖੀਆਂ ਦੇ ਉੱਤੇ ਜ਼ੋਰ ਘਟ ਗਿਆ ਹੈ, ਲੋਕ ਨਹੀਂ ਸੁਣਨਾ ਚਾਹੁੰਦੇ। ਲੋਕ ਕਹਿੰਦੇ ਨਹੀਂ ਸਾਖੀਆਂ ਨਾ ਸੁਣਾਓ, ਸਮਝਦੇ ਨਹੀਂ ਮੂਰਖ ਕਿ ਪਹਿਲੇ ਕਿਸ ਤਰ੍ਹਾਂ ਗੱਲ ਹੁੰਦੀ ਸੀ। ਇਹ ਸਮਝਣ ਦੀ, ਕਿਉਂਕਿ ਸਾਖੀਆਂ ਦੇ ਥਰੂ ਗੱਲਾਂ ਗੁਰੂ ਇਤਿਹਾਸ ਦੇ ਥਰੂ ਗੁਰਬਾਣੀ ਦੇ ਪੁਆਇੰਟ ਪ੍ਰੂਵ ਕਰਦੇ ਹਨ ਸਾਰੇ। ਸੋ ਦਿਸ ਇਜ਼ ਐਨ ਐਡੀਸ਼ਨਲ ਥਿੰਗ। ਹਾਂਜੀ ਵੀਰ ਜੀ ਜ਼ਰੂਰ ਪੜ੍ਹਿਓ ਜੀ। ਹੁਣ ਖੜੀ ਕਹਿਣਾ ਨਾ ਮੈਨੂੰ, ਹੁਣ ਮੈਂ ਅਗਲੀ ਵਾਰੀ ਪੁੱਛਾਂਗਾ ਕੀ ਪੜ੍ਹ ਕੇ ਆਏ ਹੋ। ਵੀਰ ਜੀ ਤੁਹਾਡੀ ਆਵਾਜ਼ ਇੰਨੀ ਗੰਭੀਰਤਾ ਹੈ, ਇੰਨਾ ਠਹਿਰਾਈ ਕਿ one gets so emotional and connected. Thank you so much. Thank you ਜੀ, thank you ਜੀ, thank you। ਸੁਰਿੰਦਰ ਜੀ, ਦੋ ਕੁਇਕ ਸਵਾਲ। ਇੱਕ ਤੇ ਹੈ ਕਿ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ ਇੰਨਾ ਵਕਤ ਬਿਤਾਇਆ ਸੀ, ਕਿਤੇ ਹੋਰ ਵੀ ਕਿੱਥੋਂ ਉਹਨਾਂ ਬਾਰੇ ਜ਼ਿਆਦਾ ਪੜ੍ਹਿਆ ਜਾ ਸਕਦਾ ਹੈ? ਬਾਬਾ ਬੁੱਢਾ ਜੀ ਦਾ ਲਿਖਿਆ ਹੋਇਆ ਗੁਰੂ ਨਾਨਕ ਦੇਵ ਪ੍ਰਕਾਸ਼ ਵਿੱਚ ਸਭ ਤੋਂ ਜ਼ਿਆਦਾ ਪ੍ਰਾਇਮਰੀ ਸੋਰਸ ਸੂਰਜ ਪ੍ਰਕਾਸ਼ ਹੀ ਹੈ, ਲੇਕਿਨ ਤਾਰੀਖ ਗੁਰੂ ਖਾਲਸਾ ਵਿੱਚ ਜਿਹੜੀ ਗਿਆਨੀ ਗਿਆਨ ਸਿੰਘ ਇਹਨਾਂ ਦੀ ਲਿਖੀ ਹੋਈ ਹੈ, ਜਿਹੜੀ ਤਾਰੀਖ ਗੁਰੂ ਖਾਲਸਾ, ਉਹਦੇ ਵਿੱਚ ਹੀ ਤੁਹਾਨੂੰ ਬੜੀਆਂ ਡਿਟੇਲਸ ਮਿਲਣਗੀਆਂ ਜਿਹੜੀਆਂ ਤੁਹਾਨੂੰ ਹਨ ਤਾਰੀਖ ਗੁਰੂ ਖਾਲਸਾ ਵਿੱਚ। ਪੰਥ ਪ੍ਰਕਾਸ਼ ਵਿੱਚ ਵੀ ਮਿਲਣਗੀਆਂ। ਪੰਥ ਪ੍ਰਕਾਸ਼ ਲੇਕਿਨ ਪ੍ਰੋਜ਼ ਫਾਰਮ, ਪੋਇਟਰੀ ਫਾਰਮ ਵਿੱਚ ਹੈ, ਤੁਹਾਨੂੰ ਸਮਝਣ 'ਚ ਔਖ ਆਏਗਾ ਉੱਥੇ। ਜੇ ਤੁਹਾਡੀ ਬ੍ਰਜ ਵੀਕ ਹੈ ਤੇ ਜੇ ਬ੍ਰਜ ਸਟਰੋਂਗ ਕਰਨੀ ਹੈ ਤੇ ਫਿਰ you have to study like I did, you have to study Braj. ਉਹ ਦੱਸੋ ਜਿੱਥੋਂ ਸਾਨੂੰ ਸਮਝ ਆ ਜਾਏ ਪੜ੍ਹ ਕੇ। ਉਹ ਕਿਹੜਾ ਹੈਗਾ? ਉਹ ਤਾਰੀਖ ਤੁਹਾਨੂੰ ਗੁਰੂ ਸਮਝਾਏਗਾ, ਅਰਦਾਸ ਕਰੋਗੇ ਤੇ ਸਭ ਸਮਝਾ ਦੇਗਾ ਤੁਹਾਨੂੰ। ਤੁਹਾਡੇ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਤੁਹਾਡੇ ਮਨ 'ਚ ਲਗਨ ਹੋਣੀ ਚਾਹੀਦੀ ਹੈ, ਔਰ ਮਿਹਨਤ ਕਰਨੀ ਪਏਗੀ। ਮਤਲਬ ਇਹ ਨਹੀਂ ਹੈ ਵੀ ਇੱਕ ਵਾਰੀ ਪੜ੍ਹਿਆ ਤੇ ਹੁਣ ਸਭ ਕੰਮ ਸਾਹਮਣੇ ਆ ਗਿਆ ਸਾਰਾ, ਉਹ ਨਹੀਂ ਗੱਲ ਹੋ ਸਕਦੀ। ਦੂਜਾ ਤੁਸੀਂ ਕਿਹਾ ਸੀ ਕਿ ਇਹ ਭਾਈ ਸਾਹਿਬ ਦਾ ਮੂਲ ਮੰਤਰ ਦੇ ਮੀਨਿੰਗਸ ਜਿਹੜੇ ਨੇ ਜ਼ਰੂਰ ਪੜ੍ਹਨਾ। ਤੁਸੀਂ ਕਿਹਨਾਂ ਦੀ ਗੱਲ ਕਰ ਰਹੇ ਸੋ? ਕਿਹੜੇ ਭਾਈ ਸਾਹਿਬ? ਮੈਂ ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਗੱਲ ਕਰ ਰਿਹਾ ਸੀ। ਠੀਕ, ਥੈਂਕ ਯੂ। ਹਾਂਜੀ, I'm going to wait for a minute or so more, or 30 seconds more, if any questions or any comments people have. If nobody has any comments from the Sangat, then I am going to end the class. Thank you. Hanji, looks like nobody else has any questions though. I'm going to end the class here ji. Vaheguru ji ka khalsa, Vaheguru ji ki fateh, and I'm going to stay here for another minute or so until everybody leaves, and then I'll leave at the end. बहुत thank you ਤੁਹਾਡਾ ਵੀਰ ਜੀ, ਬਹੁਤ thank you. No, you're welcome ਵੀਰ ਜੀ। Thank you very much, Virji. Thank you so much. Thank you very much. You're welcome. Virji, maybe later if you can give some knowledge on Baba Buddha ji ਦੇ ਜਿਹੜੇ ਪੁੱਤਰ ਸਨ, 10 ਬੱਚੇ ਸਨ, ਤੁਸੀਂ ਉਹਨਾਂ ਨੂੰ ਕਿਹਾ ਰਾਮ ਕਵੇਰ ਸਿੰਘ। ਨਹੀਂ, ਉਹਨਾਂ ਦੇ 10 ਬੱਚੇ ਨਹੀਂ ਸਨ, ਉਹਨਾਂ ਦੀਆਂ ਪੀੜ੍ਹੀਆਂ, ਉਹਨਾਂ ਦੇ ਆਪਣੇ 10 ਪੁੱਤਰ ਨਹੀਂ ਸਨ, ਪੀੜ੍ਹੀਆਂ ਅੱਗੇ ਚਲੀਆਂ ਗਈਆਂ। 10 ਇਹ ਮਣੀ ਸਿੰਘ ਰਾਂ ਦੇ 10 ਸਨ। ਹਾਂਜੀ, ਉਹਨਾਂ ਦੇ ਅੱਛਾ ਪੀੜ੍ਹੀਆਂ ਸਨ, ਜਿਨ੍ਹਾਂ ਵਿੱਚ ਰਾਮ ਕਵੇਰ ਸਿੰਘ ਜੀ ਨੇ ਵੀ ਤਿਲਕ ਲਗਾਏ, ਉਹਨਾਂ ਪੀੜ੍ਹੀ ਚ ਹੋਏ ਹਨ। ਹਾਂਜੀ, ਠੀਕ ਹੈ ਜੀ, ਥੈਂਕ ਯੂ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਗੁਰਿਆਈ ਦਾ ਤਿਲਕ ਜਿਹੜਾ ਜਿਨ੍ਹਾਂ ਨੇ ਲਗਾਇਆ। ਠੀਕ ਹੈ ਜੀ, ਥੈਂਕ ਯੂ ਸੋ ਮਚ। You're welcome. You're welcome. I had one observation. ਜਦੋਂ ਤੁਸੀਂ ਉਹ story ਦੱਸਦੇ ਪਏ ਸੀ, the two women who attended your class, it took me back to the class you had given us a few weeks ago about the Bani of Guru Har Gobind Singh Ji, about the qualities of a Shrota and Bhakta. Guru Har Gobind Ji, ਹਾਂਜੀ, ਉਹਨਾਂ ਦੀ quality ਜਿਹੜੀ ਸ਼ਰੋਤੇ ਦੀ ਤੇ certainly showed that quality ਕਿ ਬਈ ਅਗਰ ਤੁਹਾਨੂੰ information ਨਹੀਂ ਹੈ, ਤੁਸੀਂ ਕਿਸੇ ਨੂੰ ਕਿਸ ਤਰ੍ਹਾਂ ਸਿਖਾ ਸਕਦੇ ਹੋ, but the teacher must have very global sort of information. Yes. which you do, which is very powerful, which is important, because if you do not have that, then anybody can, then you should be able to distinguish, ਅਗਰ ਮੈਨੂੰ ਕੋਈ ਹੁਣ ਕਵੇ ਇਸਲਾਮ ਦੇ ਤੇ ਉਹਦੇ distinguish ਕਰੋ ਜੀ ਸਾਨੂੰ ਕਿ ਅਸੀਂ ਕਿਸ ਤਰ੍ਹਾਂ ਅਲੱਗ ਹਾਂ। right, you should have the knowledge so that you can, ਤੁਸੀਂ ਆਪਣੇ ਆਪ ਨੂੰ ਹਿੰਦੂਇਜ਼ਮ ਤੋਂ distinguish ਕਰੋ,
correct ਕਿੱਥੇ ਕਿਹੜੀਆਂ ਹਨ ਤੁਹਾਨੂੰ ਥੋੜਾ ਬਹੁਤ ਸੋਝੀ ਹੋਣੀ ਚਾਹੀਦੀ ਹੈ ਨਾ ਇਸ ਬਾਰੇ ਬਿਲਕੁਲ ਜੇ ਨਹੀਂ ਹੋਵੇ ਤੇ ਫਿਰ ਮੁਸ਼ਕਿਲ ਹੁੰਦੀ ਹੈ ਗੱਲ ਨੂੰ ਆਪਣੇ ਵਿਊ ਪੁਆਇੰਟ ਰੱਖਣ ਵਾਸਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਚੰਗੇ ਹੋ ਰਹੇ ਨਾਲੋਂ ਤੁਸੀਂ ਇਕੁਅਲੀ ਹੋ ਸਭ ਦੇ ਨਾਲੋਂ ਬਟ ਫਿਰ ਵੀ ਇੱਕ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੇ ਖੜੇ ਹੋ ਹਾਂਜੀ ਸੁਖਮਨੀ ਦੇ ਕੀ ਪ੍ਰਿੰਸੀਪਲ ਹਨ ਤੇ ਕੁਰਾਨ ਦੇ ਕੀ ਪ੍ਰਿੰਸੀਪਲ ਹਨ ਫਰਕ ਹੋਣਾ ਚਾਹੀਦਾ ਨਾ ਉੱਥੇ ਕੀ ਫਰਕ ਕੀ ਹੈ ਪ੍ਰਿੰਸੀਪਲ ਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਸੁਖਮਨੀ ਦੇ ਪ੍ਰਿੰਸੀਪਲ ਦੇ ਓਨਲੀ ਰਾਈਟ ਪ੍ਰਿੰਸੀਪਲ and Quran the principle are wrong. That's not what I'm trying to say. correct That's not what my point is, and that is not true either. So but pata hona chahiye khud knowledge honi bahut zaruri hai ਹਾਂਜੀ very important and Veer ji also I feel ki ਜਿਨ੍ਹਾਂ ਨੂੰ knowledge ਨਹੀਂ ਹੁੰਦੀ ਹੋ ਸਕਦਾ ਹੈ a little bit of fear of what the other has creates more fundamentalism than the other way around ki ਜਦੋਂ of course it does. No? Of course it does. It creates fears in their spine when they see a Hindu god's names being mentioned in Dasambani. Right. But this in anjane nu pata nahi hai Guru Granth Sahib shlok Sanskriti vich do shlok ਇਹੋ ਜਿਹੇ ਹਨ ਗੁਰੂ ਅੰਗਦ ਦੇਵ ਮਹਾਰਾਜ ਦੀ ਰਚਨਾ ਹੁਣ ਕੀ ਕਰੋਗੇ ਇੱਥੇ ਜਿੱਤੇ ਹਰ ਹਿੰਦੂ ਗॉडेस ਐਂਡ ਗॉड ਦਾ ਨਾਮ ਉਹਨਾਂ ਨੇ ਲਿੱਤਾ ਉੱਤੇ ਉਹਨਾਂ ਨੇ ਹਾਂਜੀ ਤਾਂ ਉਹ ਕੀ ਕਰੋਗੇ ਸਲੋਕ ਕੱਢ ਦਿਓਗੇ ਹੁਣ ਬਾਣੀ ਚੋਂ you know what are they going to do now I mean so ਇਹ ਨਾ ਸਮਝੀ ਦੇ ਕਾਰਨ ਹੈ ਸਾਰੇ ਨਾ ਉਹ ਭਗਤੀ ਨਹੀਂ ਹੈ ਨਾ ਲਾਈਫ ਵਿੱਚ ਭਗਤੀ ਨਹੀਂ ਹੈ ਪ੍ਰੇਮਾ ਭਗਤੀ ਨਾ ਹੋਣ ਕਾਰਨ ਇਹ ਸਾਰੀਆਂ ਚੀਜ਼ਾਂ ਉਪਜਦੀਆਂ ਹਨ ਮਨ 'ਚ ਔਰ ਇਸ ਬਾਰੇ ਕਦੀ ਬਹਿਸ ਨਹੀਂ ਕਰਨੀ ਜਿਹੜਾ ਅਗਰ ਉੱਚਾ ਕੋਈ ਗੱਲ ਕਹਿ ਦੇਵੇ ਤੁਹਾਨੂੰ ਕਿ ਅਸੀਂ ਠੀਕ ਹਾਂ ਉਸੇ ਵੇਲੇ ਆਪਣੀ ਹਾਰ ਮੰਨ ਲਓ ਕਦੀ ਨਹੀਂ ਕਹਿਣਾ ਮੈਂ ਠੀਕ ਹਾਂ ਵਾਹਿਗੁਰੂ ਜੇ ਤੁਹਾਡੇ ਪਿਆਰ ਨਾਲ ਇੱਕ ਵਾਰੀ ਸਮਝਾਓ ਨਹੀਂ ਸਮਝਦੇ ਜੀ ਤੁਸੀਂ ਜ਼ਿਆਦਾ ਨੌਲੇਜੇਬਲ ਹੋ ਮੇਰੇ ਨਾਲੋਂ ਤੁਸੀਂ ਪ੍ਰੇਮਾ ਭਗਤੀ ਦੇ ਜ਼ਿਆਦਾ ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ ਮੈਂ ਸ਼ਾਇਦ ਗਲਤ ਹਾਂ ਕਿਉਂਕਿ ਮੂਰਖੇ ਨਾਲ ਨਾ ਲੁਝੀਏ ਜੇ ਲੁਝੋਗੇ ਤੇ ਆਪਣਾ ਗਵਾਓਗੇ ਕਦੀ ਬਹਿਸ ਨਹੀਂ ਕਰਨੀ ਕਦੀ ਆਰਗੂਮੈਂਟ ਨਹੀਂ ਕਰਨੀ ਕਦੀ ਆਪਣਾ ਗੁੱਸਾ ਨਹੀਂ ਦਿਖਾਣਾ ਹਾਂਜੀ ਗੁਰੂਆਂ ਨੇ ਕਦੀ ਨਹੀਂ ਕੀਤਾ ਉਹਨਾਂ ਨੇ ਕਦੀ ਨਹੀਂ ਇਸਰਾ ਕੀਤਾ ਤੁਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਹੈ ਹਾਂਜੀ ਉਹਨਾਂ ਨੂੰ ਕਦੀ ਵੀ ਇਹ ਗੱਲ ਮਹਿਸੂਸ ਨਹੀਂ ਕਰਾਣੀ ਕਿ ਮੈਂ ਜ਼ਿਆਦਾ ਨੌਲੇਜੇਬਲ ਹਾਂ ਤੁਹਾਡੇ ਨਾਲ ਉਸੇ ਵੇਲੇ ਆਪਣੀ ਹਾਰ ਮੰਨ ਕੇ ਤੇ ਆਪਣੇ ਠੀਕ ਤੇ ਕਾਇਮ ਰਹੋ ਹਾਂਜੀ ਇਹ ਗੱਲ ਯਾਦ ਰੱਖਿਓ ਮੇਰੀ ਹਾਂਜੀ anything else otherwise I'm going to leave now. Hello Surinder, Pama bol rahi haan. Thank you so much, we had such a wonderful knowledgeable session, you know. Thank you thank you Chachi ji thank you thank you thank you Sat Shri Akal Veer ji, I'm Amar Jyoti. Hello Sat Shri Akal Veer ji. ਹਾਂਜੀ your lecture, your talk was absolutely very powerful and I'm really overwhelmed how understand so many things of Sikh because being a Sikh, I'm not a very good Sikh. I want to really learn now. If you could just give us some phone number or some publisher's address from where we could order some books because of COVID we can't go out and probably they can deliver us home and we can do cash payment or something. Yeah, actually you don't need to make a cash payment Didi ਤੁਸੀਂ ਅਗਰ Singh Brothers ਦੀ website ਤੇ ਜਾਓਗੇ which is located in Amritsar ਤੇ I think is either singhbrothers.com ਜਾਂ org ਜਾਂ ਮੈਨੂੰ ਨਹੀਂ ਪਤਾ ਕੀ ਹੈ ਐਗਜ਼ੈਕਟ ਤੁਸੀਂ ਗੂਗਲ ਤੇ ਸਰਚ ਕਰੋਗੇ ਸ਼ਾਇਦ ਆ ਜਾਏ ਤੇ ਉਹਨਾਂ ਦੀ ਅੱਛੀ ਵੈਬਸਾਈਟ ਹੈ ਉਹਨਾਂ ਦੀ ਤੇ ਉਸ ਵੈਬਸਾਈਟ ਤੋਂ ਤੁਸੀਂ ਜਿਹੜੀਆਂ ਬੁక్స్ ਮੰਗਾ ਸਕਦੇ ਹੋ and you can pay through a credit card that is option number 1 the other option you have Didi is that our dear friend in LA Mr. Anand has made a very good website called sikhbookclub.com I'm going to be slow here Sikh SIKH BOOK book club CLUB sikhbookclub.com ਉੱਥੇ ਉਹਨਾਂ ਨੇ ਬੜੀਆਂ ਕਿਤਾਬਾਂ hundreds and thousands of books have been a lot of books have been scanned you know and PDF copy ਤੁਸੀਂ free download ਕਰਕੇ ਤੁਸੀਂ ਆਪਣੇ iPad ਤੇ ਪੜ੍ਹ ਸਕਦੇ ਹੋ but I like it reading the book I still don't enjoy reading on the iPad book is always better Praji Viji but ठीक है I'll try both ਤੁਸੀਂ ਉੱਥੋਂ ਵੀ ਕਰਦੇ but just to be warned though कि many of these books that I talk about unfortunately are out of print and the reason as I said before is because nobody reads them so chalo theek hai whatever we can get we'll try thank you so much ਵੀਰ ਜੀ ਇੱਕ ਗੱਲ ਮੈਂ ਹੋਰ ਅਪੀਲ ਸਭ ਨੂੰ ਕਰਨਾ ਚਾਹੁੰਦਾ ਕਿ ਇਹੋ ਜੀ ਸੰਸਥਾ ਬਣੇ ਵੀ ਤੁਸੀਂ ਸੁਣਦੇ ਪਿਓ ਟੋਰਾਂਟੋ ਡਾਕਟਰ ਸਾਹਿਬ ਤੁਸੀਂ ਕੁਝ ਕਰੋ ਕੈਨੇਡਾ ਚ ਇਸ ਬਾਰੇ ਕਿ ਜਿਸ ਤਰ੍ਹਾਂ ਕ੍ਰਿਸਚੀਅਨਿਟੀ ਵਿੱਚ ਹੈ ਕ੍ਰਿਸਚੀਅਨਿਟੀ ਵਿੱਚ ਜਦੋਂ ਬੁੱਕਸ ਛਾਪਦੇ ਨੇ ਲੋਕ ਜਿਹੜੀਆਂ they don't pay attention to the profit aspect of it
they don't pay attention to कि किनियां विकणगियां, कितनी उदी लागत कितनी आएगी, कॉस्ट कितनी आएगी, प्रॉफिट कितना होएगा, किन्ने दी विकेगियां, कितना नफा नुकसान होएगा. हाँ जी, there has to be an organization, वीर जी, who prints these books, no matter whether even one sells or not. No matter whether we print out 5,000 copies, agar do bande land, till there are 4,900 available there if you want to read, irrespective of even Equina Wiki. And I'll be the first one to contribute towards that cause, Virji, if somebody can make that happen. In Christianity, in Judaism, it's there. Sade ch nahi hai. Hun tusi land jao Surya Prakash di copy, ਜਿਹੜੀ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਐਨੋਟੇਟ ਕੀਤੀ ਹੈ, ਮੈਂ 1993 ਵਿੱਚ ਖਰੀਦੀ ਸੀ. ਉਸ ਵੇਲੇ 4 ਵੋਲਿਊਮ ਮੈਨੂੰ ਸੈਕੰਡ ਹੈਂਡ ਮਿਲੀਆਂ. ਉਹਨਾਂ ਨੇ ਬੰਦਾ ਫਰੀਦਕੋਟ ਭੇਜਣਾ ਪਿਆ ਜਿਨ੍ਹਾਂ ਕੋਲ 2 ਪੁਰਾਣੀਆਂ ਵੋਲਿਊਮ ਪਈਆਂ ਸਨ. ਨਹੀਂ, ਤੁਹਾਨੂੰ ਨਹੀਂ ਮਿਲਣਗੀਆਂ. ਮੋਸਟ ਪ੍ਰੋਬਬਲੀ ਵਿਲ ਨਾਟ ਗੈਟ ਦ ਬੁੱਕ. Yeah, not available. We also tried getting, they did not have it. So ਇਹ ਕਿਉਂ ਹੈ? ਨਹੀਂ ਹੋਣਾ ਚਾਹੀਦਾ. ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ. ਚਾਹੇ ਉਹ ਕਿਉਂ ਪ੍ਰੋਫਿਟ ਮੋਟੀਵੇਸ਼ਨ ਹੈ ਸਾਡੇ ਵਿੱਚ? ਕਿਉਂ ਇਹ ਹੈ ਕਿ ਜੇ ਵਿਕਣਗੀਆਂ ਨਹੀਂ ਤੇ ਅਸੀਂ ਨਹੀਂ ਛਾਪਾਂਗੇ? ਕਿਉਂ ਨਹੀਂ? why is that? So but ਨਹੀਂ ਹੈ ਨਾ ਵੀਰ ਜੀ, ਹੋਣਾ ਨਹੀਂ ਚਾਹੀਦਾ ਹੁਣ. ਸੋ ਜਿਨ੍ਹਾਂ ਦੇ ਹੱਥ ਥੋੜਾ ਬਹੁਤ ਕੰਟਰੋਲ ਹੈ, ਜਿਹੜੇ ਕੁਝ ਕਰ ਸਕਦੇ ਹਨ, ਇਹਦੇ ਉੱਤੇ ਫੋਕਸ ਕਰਕੇ ਇਹ ਜ਼ਰੂਰ ਕਰੋ. ਔਰ ਇਹ ਮਿਲ ਕੇ ਬੁੱਕ ਪਬਲਿਸ਼ਰਸ ਨਾਲ ਉਹਨਾਂ ਨੂੰ ਕਹੋ ਕਿ ਅਸੀਂ ਪੈਸੇ ਇਕੱਠੇ ਕੀਤੇ ਹਨ. We want to have ਇੱਕ ਰੈਪਰਟੁਆਰ ਹੋਵੇ ਹਰ ਇੱਕ ਪੁਰਾਤਨ ਕਿਤਾਬਾਂ ਦਾ, ਚਾਹੇ ਪੜ੍ਹੇ ਚਾਹੇ ਨਾ. ਉਹ ਮੁਫਤ ਦਿਓ ਕਿਤਾਬ ਜਿਹਨੇ ਪੜ੍ਹਨੀ ਹੈ. ਪੈਸੇ ਵੀ ਨਾ ਲਵੋ. ਜਿਹੜੀ ਸੇਵਾ ਕਰ ਸਕਦਾ ਹੈ ਉਹ ਭੇਟਾ ਲਵੋ ਉਹਨਾਂ ਕੋਲੋਂ, ਜਿੰਨੀ ਸੇਵਾ ਕਰ ਸਕਦੇ ਹੋ. ਇੱਕ ਕੋਈ ਬੁੱਕ ਦੀ ਪ੍ਰਾਈਸ ਨਾ ਹੋਵੇ. ਹੁਣ ਤੁਸੀਂ ਕਿਸੇ ਚਰਚ ਵਿੱਚ ਚਲੇ ਜਾਓ, ਤੁਸੀਂ 4-10 ਕਿਤਾਬਾਂ ਚੁੱਕ ਲਓ ਜਾ ਕੇ, ਕੋਈ ਪੈਸੇ ਲੈਂਦਾ ਤੁਹਾਡੇ ਕੋਲੋਂ? ਹਾਂ, ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਜਿੰਨੀ ਮਰਜ਼ੀ. ਮੈਂ ਇੱਕ ਤੁਹਾਨੂੰ ਸ਼ੇਅਰ ਕਰ ਲਵਾਂ ਜੀ. 2 ਇੱਥੇ ਆਰਗੇਨਾਈਜੇਸ਼ਨਸ ਆਲਰੇਡੀ ਫੰਕਸ਼ਨ ਕਰ ਰਹੀਆਂ ਨੇ ਟੋਰਾਂਟੋ ਏਰੀਆ ਦੇ ਵਿੱਚ, ਜਿਹੜੀਆਂ ਕਿ ਇਸ ਤਰ੍ਹਾਂ ਦਾ ਕਰਦੇ ਨੇ. ਬਟ this is actually an excellent suggestion, and we'll certainly work towards this. This is, I think, very absolutely necessary. Okay ji, I think that's about it. Okay, I'm going to leave now. Vaheguru Ji Ka Khalsa.